ਕਿਰਪਾ ਕਰਕੇ ਇਸ ਕਹਾਣੀ ਨੂੰ ਐਂਡ ਤੱਕ ਜ਼ਰੂਰ ਸੁਣੋ। ਜਾਗਰ ਸਿੰਘ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ। ਆਖਰਕਾਰ ਉਸ ਦੇ ਪੁੱਤ ਸ਼ਮਸ਼ੇਰ ਦਾ ਵਿਆਹ ਹੋ ਗਿਆ ਸੀ। ਉਸ ਕੋਲ 2 ਕਿੱਲੇ ਜ਼ਮੀਨ ਸੀ, ਪਰ ਸ਼ਮਸ਼ੇਰ ਨਸ਼ੇੜੀ ਸੀ। ਇਸ ਲਈ ਜਾਗਰ ਨੂੰ ਫਿਕਰ ਲੱਗੀ ਰਹਿੰਦੀ ਸੀ ਕਿ ਕੌਣ ਉਸ ਨੂੰ ਆਪਣੀ ਧੀ ਦੇਵੇਗਾ। ਹੁਣ ਜਾਗਰ ਨੂੰ ਉਮੀਦ ਸੀ ਕਿ ਜ਼ਿੰਮੇਵਾਰੀ ਪੈਣ ਤੇ ਸ਼ਮਸ਼ੇਰ ਜ਼ਰੂਰ ਸੁਧਰ ਜਾਵੇਗਾ। ਮਾਪਿਆਂ ਘਰੋਂ ਮਿੰਦਰੋ ਜਦੋਂ ਵਿਆਹ ਕੇ ਸ਼ਮਸ਼ੇਰ ਦੇ ਘਰ ਆਈ ਤਾਂ ਉਹ ਇਸ ਨਵੀਂ ਦੁਨੀਆ ਤੋਂ ਬਿਲਕੁਲ ਬੇਖਬਰ ਸੀ। ਉਸ ਦੇ ਚਾਚੇ ਨੇ ਉਸ ਨੂੰ ਵਿਆਹਿਆ ਨਹੀਂ ਸੀ, ਬਸ दारू ਦੇ ਲਾਲਚ ਵਿੱਚ ਵੇਚ ਦਿੱਤਾ ਸੀ। ਜਦੋਂ ਸ਼ਮਸ਼ੇਰ ਨਾਲ ਉਹ ਸ਼ਗਨਾਂ ਵਾਲੀ ਰਾਤ ਰੂਬਰੂ ਹੋਈ ਤਾਂ ਉਹ ਨਸ਼ੇ ਵਿੱਚ ਸੀ। ਮਿੰਦਰੋ ਨੂੰ ਜਾਪਿਆ ਕਿ ਜਿਵੇਂ ਉਹ ਪਹਿਲਾਂ ਘਰ ਛੱਡ ਕੇ ਆਈ ਸੀ ਉਸੇ ਤਰ੍ਹਾਂ ਹੀ ਉਸ ਨੂੰ ਅੱਗੇ ਮਿਲ ਗਿਆ। ਵਿਆਹ ਨੂੰ ਲੈ ਕੇ ਜਿਹੜੇ ਉਸ ਦੇ ਮਨ ਵਿੱਚ ਚਾਅ ਸੀ ਉਹ ਪਹਿਲੀ ਰਾਤ ਨੂੰ ਹੀ ਖਿੰਡ ਪੁੰਡ ਗਏ ਸਨ, ਪਰ ਉਹ ਫਿਰ ਵੀ ਖੁਸ਼ ਸੀ ਕਿਉਂਕਿ ਉਸ ਨੂੰ ਸੱਸ ਸਹੁਰੇ ਦੇ ਰੂਪ ਵਿੱਚ ਉਸ ਨੂੰ ਮਾਂ-ਬਾਪ ਜ਼ਰੂਰ ਮਿਲ ਗਏ ਸੀ। ਇਸ ਲਈ ਉਸਨੇ ਸ਼ਮਸ਼ੇਰ ਦੇ ਨਸ਼ੇ ਦੀ ਆਦਤ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਤੇ ਖੁਸ਼ੀ-ਖੁਸ਼ੀ ਉਸ ਘਰ ਨੂੰ ਛੇਤੀ ਹੀ ਅਪਣਾ ਲਿਆ। ਘਰ ਦੇ ਹਾਲਾਤ ਜ਼ਿਆਦਾ ਚੰਗੇ ਤਾਂ ਨਹੀਂ ਸਨ ਕਿਉਂਕਿ ਸ਼ਮਸ਼ੇਰ ਤਾਂ ਕੋਈ ਕੰਮ ਕਰਦਾ ਨਹੀਂ ਸੀ। ਉਸ ਨੂੰ ਤਾਂ ਬਸ ਆਪਣੇ ਨਸ਼ੇ ਤੱਕ ਹੀ ਮਤਲਬ ਸੀ। ਉਧਰ ਮਿੰਦਰੋ ਦੀ ਸੱਸ ਦਮੇ ਦੀ ਮਰੀਜ਼ ਸੀ। ਘਰ ਵਿੱਚ ਸ਼ਮਸ਼ੇਰ ਦਾ ਬਾਪੂ ਜਾਗਰ ਸਿੰਘ ਹੀ ਖੇਤੀ ਦਾ ਸਾਰਾ ਕੰਮ ਕਰਦਾ। ਮਿੰਦਰੋ ਆਪਣੇ ਸੱਸ ਸਹੁਰੇ ਦੀ ਬਹੁਤ ਸੇਵਾ ਕਰਦੀ। ਜਦੋਂ ਮਿੰਦਰੋ ਜਾਗਰ ਨੂੰ ਬਾਪੂ ਜੀ ਆਖਦੀ ਤਾਂ ਉਸ ਨੂੰ ਆਪਣੀ ਧੀ ਗੁੱਡੀ ਯਾਦ ਆ ਜਾਂਦੀ ਜੋ ਬਚਪਨ ਵਿੱਚ ਹੀ ਗੁਜ਼ਰ ਗਈ ਸੀ। ਜਾਗਰ ਸਿੰਘ ਨੂੰ ਵੀ ਕਦੇ-ਕਦੇ ਡਰ ਲੱਗਿਆ ਰਹਿੰਦਾ ਕਿ ਕਿਤੇ ਮਿੰਦਰੋ ਉਸ ਘਰ ਨੂੰ ਛੱਡ ਕੇ ਨਾ ਚਲੀ ਜਾਵੇ, ਕਿਉਂਕਿ ਮਿੰਦਰੋ ਦੀ ਸੱਸ ਕੋਲ ਕੋਈ ਕੰਮ ਨਹੀਂ ਹੁੰਦਾ ਸੀ। ਉਸ ਦੇ ਸਿਰ ਤੇ ਘਰ ਦੇ ਸਾਰੇ ਕੰਮ ਦੀ ਜ਼ਿੰਮੇਵਾਰੀ ਪੈ ਗਈ ਸੀ। ਸਮੇਂ ਸਿਰ ਰੋਟੀ ਮਿੰਦਰੋ ਦੇ ਆਉਣ ਨਾਲ ਹੀ ਨਸੀਬ ਹੋਈ ਸੀ। ਉਧਰ ਸ਼ਮਸ਼ੇਰ ਨਸ਼ੇੜੀ ਹੋਣ ਕਰਕੇ ਮਿੰਦਰੋ ਦੀ ਬਿਲਕੁਲ ਪਰਵਾਹ ਨਾ ਕਰਦਾ। ਇਸ ਲਈ ਜਾਗਰ ਆਪਣੀ ਨੂੰਹ ਨੂੰ ਸਮਝਾਉਂਦਾ ਰਹਿੰਦਾ, ਕੋਈ ਨਾ ਪੁੱਤ, ਸ਼ਮਸ਼ੇਰ ਨੂੰ ਸਾਡੇ ਲਾਡ ਪਿਆਰ ਨੇ ਵਿਗਾੜ ਦਿੱਤਾ ਹੈ। ਹੁਣ ਤੂੰ ਆ ਗਈ ਹੈ, ਇਹ ਛੇਤੀ ਹੀ ਸੁਧਰ ਜਾਊਗਾ। ਪਰ ਮਿੰਦਰੋ ਪਿੱਛੇ ਵੀ ਕਿਸ ਲਈ ਮੁੜਦੀ। ਉਸ ਘਰ ਤੋਂ ਉਡਾਰੀ ਮਾਰ ਉਹ ਇਸ ਘਰ ਵਿੱਚ ਆ ਗਈ ਸੀ। ਉਸ ਦੇ ਸ਼ਰਾਬੀ ਚਾਚੇ ਨੇ ਹੀ ਤਾਂ ਉਸ ਦੀ ਕਿਸਮਤ ਦਾ ਫੈਸਲਾ ਕੀਤਾ ਤੇ ਉਹ ਉਸ ਲਈ ਇਹ ਘਰ ਚੁਣਿਆ ਸੀ। ਇਸ ਘਰ ਵਿੱਚ ਉਸ ਨੂੰ 2 ਵਕਤ ਦੀ ਰੋਟੀ ਨਾਲ ਮਾਂ-ਬਾਪ ਦਾ ਪਿਆਰ ਵੀ ਮਿਲ ਰਿਹਾ ਸੀ, ਜਿਸ ਲਈ ਉਹ ਮੁੱਢ ਤੋਂ ਹੀ ਤਰਸਦੀ ਆਈ ਸੀ। ਹੁਣ ਮਿੰਦਰੋ ਨੇ ਆਪਣੀ ਕਿਸਮਤ ਨਾਲ ਸਮਝੌਤਾ ਕਰ ਲਿਆ ਸੀ, ਪਰ ਸ਼ਮਸ਼ੇਰ ਦੀ ਆਦਤ ਨਾ ਸੁਧਰੀ। ਜਾਗਰ ਜੋ ਕੁਝ ਵੀ ਕਮਾਉਂਦਾ ਉਸ ਨਾਲ ਮਸਾਂ ਹੀ ਘਰ ਦੀ ਦਾਲ ਰੋਟੀ ਚੱਲਦੀ। ਸ਼ਮਸ਼ੇਰ ਇਸ ਗੱਲ ਤੋਂ ਬੇਖਬਰ ਆਪਣੀ ਨਸ਼ੇ ਦੀ ਦੁਨੀਆ ਵਿੱਚ ਹੀ ਗਲਤਾਨ ਰਹਿੰਦਾ। ਇੱਕ ਦਿਨ ਮਿੰਦਰੋ ਨੇ ਜਾਗਰ ਤੋਂ ਪੁੱਛਿਆ, ਬਾਪੂ ਜੀ ਤੁਹਾਡਾ ਕੱਲਾ-ਕੱਲਾ ਪੁੱਤ ਹੈ, ਫੇਰ ਵੀ ਨਸ਼ੇ ਕਿਵੇਂ ਕਰਨ ਲੱਗ ਗਿਆ? ਜਾਗਰ ਆਪਣੀ ਨੂੰਹ ਨੂੰ ਦੱਸਦਾ ਹੈ, ਬਸ ਧੀਏ, ਸਾਡੀ ਮਾੜੀ ਕਿਸਮਤ। ਸ਼ਮਸ਼ੇਰ ਨੂੰ ਤਾਂ ਅਸੀਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਇਆ ਸੀ, ਪਰ 9ਵੀਂ ਵਿੱਚ ਹੀ ਉਹ ਗਲਤ ਸੰਗਤ ਵਿੱਚ ਪੈ ਨਸ਼ਿਆਂ ਦੇ ਮਗਰ ਲੱਗ ਗਿਆ, ਜਿਸ ਦੀ ਖਬਰ ਸਾਨੂੰ ਬਹੁਤ ਦੇਰ ਬਾਅਦ ਪਤਾ ਲੱਗੀ। ਸਾਡਾ ਸੁਪਨਾ ਸੀ ਕਿ ਸ਼ਮਸ਼ੇਰ ਵਿਦੇਸ਼ ਵਿੱਚ ਜਾਵੇ ਤੇ ਖੂਬ ਕਮਾਈ ਕਰੇ, ਪਰ ਉਸ ਦੀ ਨਸ਼ੇ ਦੀ ਲੱਤ ਕਰਕੇ ਸਾਡਾ ਇਹ ਸੁਪਨਾ ਹੁਣ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਹ ਆਖ ਜਾਗਰ ਰੋਣ ਲੱਗ ਗਿਆ। ਮਿੰਦਰੋ ਨੇ ਕਿਹਾ, ਬਾਪੂ ਜੀ ਤੁਸੀਂ ਫਿਕਰ ਨਾ ਕਰੋ, ਇਹਨਾਂ ਨੂੰ ਮੈਂ ਸਮਝਾਵਾਂਗੀ। ਜਾਗਰ ਨੂੰ ਹੌਸਲਾ ਮਿਲਿਆ ਕਿ ਕੀ ਪਤਾ ਸ਼ਮਸ਼ੇਰ ਮਿੰਦਰੋ ਦੀ ਗੱਲ ਹੀ ਸੁਣ ਲਵੇ। ਮਿੰਦਰੋ ਨੇ ਸ਼ਮਸ਼ੇਰ ਨੂੰ ਬਹੁਤ ਸਮਝਾਇਆ, ਉਸ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ, ਪਰ ਸ਼ਮਸ਼ੇਰ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਸੀ, ਉਸ ਤੇ ਕੋਈ ਅਸਰ ਨਾ ਹੋਇਆ। ਉਂਝ ਸ਼ਮਸ਼ੇਰ ਵੀ ਮਿੰਦਰੋ ਨੂੰ ਬਹੁਤ ਪਿਆਰ ਕਰਦਾ ਸੀ, ਪਰ ਸ਼ਮਸ਼ੇਰ ਨਸ਼ੇ ਨੂੰ ਪਾਉਣ ਲਈ ਆਪਣਾ ਹਰ ਫਰਜ਼ ਪਿਆਰ ਭੁੱਲ ਜਾਂਦਾ। ਉਹ ਸਮਝਣ ਦੀ ਬਜਾਏ ਮਿੰਦਰੋ ਨਾਲ ਕੁੱਟਮਾਰ ਕਰਦਾ ਤੇ ਬਾਅਦ ਵਿੱਚ ਮਾਫੀ ਮੰਗ ਲੈਂਦਾ। ਇੱਕ ਦਿਨ ਮਿੰਦਰੋ ਨੇ ਸ਼ਮਸ਼ੇਰ ਨੂੰ ਦੱਸਿਆ ਕਿ ਉਹ ਮਾਂ ਬਣਨ ਵਾਲੀ ਹੈ। ਸ਼ਮਸ਼ੇਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ।
ਉਹ ਪੂਰੇ ਵਿਹੜੇ ਵਿੱਚ ਭੰਗੜਾ ਪਾਉਣ ਲੱਗਿਆ। ਜਾਗਰ ਤੇ ਉਸਦੀ ਘਰਵਾਲੀ ਇਸ ਖਬਰ ਤੋਂ ਬਹੁਤ ਖੁਸ਼ ਸਨ, ਪਰ ਛੇਤੀ ਹੀ ਘਰ ਦਾ ਮਾਹੌਲ ਸੋਗਮਈ ਹੋ ਗਿਆ ਸੀ। ਜਾਗਰ ਨੂੰ ਸਮਝ ਨਹੀਂ ਆ ਰਹੀ ਸੀ ਕਿ ਰੱਬ ਉਸ ਨਾਲ ਕੀ ਖੇਡ ਖੇਡ ਰਿਹਾ ਹੈ। ਜਦੋਂ ਉਸਦੇ ਦਰਵਾਜ਼ੇ ਤੇ ਇੱਕ ਖੁਸ਼ੀ ਨੇ ਦਸਤਕ ਦਿੱਤੀ ਤਾਂ ਦੂਜੇ ਪਾਸੇ ਇੱਕ ਘਾਟਾ ਪਾ ਦਿੱਤਾ। ਜਾਗਰ ਦੀ ਘਰਵਾਲੀ ਛੇਤੀ ਹੀ ਦਮੇ ਦੇ ਅਟੈਕ ਕਰਕੇ ਰੱਬ ਨੂੰ ਪਿਆਰੀ ਹੋ ਗਈ। ਪਰਿਵਾਰ ਵਿੱਚ ਚਿਰਾਂ ਬਾਅਦ ਵਾਧਾ ਹੋਇਆ ਤਾਂ ਉਸ ਦਰਵੇਸ਼ਣੀ ਨੂੰ ਆਪਣੇ ਕੋਲ ਬੁਲਾ ਲਿਆ। ਮਹਿੰਦਰੋਂ ਨੂੰ ਵੀ ਸੀ ਕਿ ਭਾਵੇਂ ਉਸਦੀ ਸੱਸ ਮੰਜੇ ਤੇ ਬੈਠੀ ਰਹਿੰਦੀ, ਪਰ ਉਸਦਾ ਹਰ ਚਾਅ ਲਾਡ ਕਰਦੀ ਸੀ। ਮਾਂ ਦੇ ਜਾਣ ਦਾ ਝੋਰਾ ਸ਼ਮਸ਼ੇਰ ਨੇ ਵੀ ਕੀਤਾ, ਪਰ ਕੁਝ ਸਮੇਂ ਬਾਅਦ ਸ਼ਮਸ਼ੇਰ ਆਪਣੀ ਪੁਰਾਣੀ ਆਦਤਾਂ ਤੇ ਆ ਗਿਆ। ਹੁਣ ਉਸਨੂੰ ਆਪਣੀ ਮਾਂ ਦੇ ਗਮ ਦਾ ਬਹਾਨਾ ਮਿਲ ਗਿਆ ਸੀ। ਉਹ ਮਹਿੰਦਰੋਂ ਦੀ ਪਰਵਾਹ ਨਾ ਪਹਿਲਾਂ ਕਰਦਾ ਸੀ ਤੇ ਨਾ ਹੁਣ। ਜਦੋਂ ਉਹ ਮਾਂ ਬਣਨ ਵਾਲੀ ਸੀ, ਉਸਨੂੰ ਮਹਿੰਦਰੋਂ ਦੀ ਕਿਸੇ ਤਕਲੀਫ ਦਾ ਭੋਰਾ ਅਹਿਸਾਸ ਨਹੀਂ ਸੀ। ਬਸ ਜਾਗਰ ਹੀ ਸੀ ਜਿਸ ਨੂੰ ਮਹਿੰਦਰੋਂ ਦਾ ਫਿਕਰ ਵੱਡ-ਵੱਡ ਖਾਈ ਜਾਂਦਾ ਸੀ। ਸਿਹਤ ਪੱਖੋਂ ਮਹਿੰਦਰੋਂ ਕਾਫੀ ਕਮਜ਼ੋਰ ਸੀ। ਹੁਣ ਉਹ ਦਿਨ ਵੀ ਆ ਗਿਆ ਜਦੋਂ ਮਹਿੰਦਰੋਂ ਨੂੰ ਜਨਮ ਪੀੜਾ ਸ਼ੁਰੂ ਹੋ ਗਈ ਸੀ। ਜਾਗਰ ਪਿੰਡ ਵਿੱਚ ਰਹਿੰਦੀ ਦਾਈ ਨੂੰ ਬੁਲਾ ਲਿਆਇਆ। ਮਹਿੰਦਰੋਂ ਦੀ ਪੂਰੀ ਰਾਤ ਦਰਦ ਵਿੱਚ ਗੁਜ਼ਰ ਗਈ। ਬਾਹਰ ਜਾਗਰ ਬੈਠਾ ਸੋਚ ਰਿਹਾ ਸੀ ਕਿ ਜੇਕਰ ਉਸਦੇ ਜੇਠਾ ਹੀ ਪੋਤਾ ਹੋ ਜਾਵੇ ਤਾਂ ਉਹ ਉਸਦੀ ਪਰਵਰਿਸ਼ ਆਪ ਕਰੇਗਾ। ਜੋ ਕਮੀਆਂ ਸ਼ਮਸ਼ੇਰ ਦੀ ਪਰਵਰਿਸ਼ ਵਿੱਚ ਰਹਿ ਗਈਆਂ ਸਨ, ਉਹ ਹੁਣ ਪੂਰੀਆਂ ਕਰੇਗਾ। ਉਸ ਨੂੰ ਆਪਣਾ ਹਰ ਸੁਪਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਸੀ। ਸ਼ਮਸ਼ੇਰ ਤੋਂ ਤਾਂ ਕਿਸੇ ਤਰ੍ਹਾਂ ਦੀ ਕੋਈ ਉਮੀਦ ਨਹੀਂ ਸੀ, ਪਰ ਜੇ ਕਿਤੇ ਕੁੜੀ ਹੋਈ ਤਾਂ ਇਹ ਸੋਚ ਉਹ ਕੰਬ ਗਿਆ। ਉਸ ਨੂੰ ਆਪਣੀ ਸਵਾਰਥੀ ਸੋਚ ਤੋਂ ਘਿਣ ਜਹੀ ਆਈ। ਫਿਰ ਉਹ ਅਰਦਾਸ ਕਰਨ ਲੱਗਿਆ ਕਿ ਭਾਵੇਂ ਮੁੰਡਾ ਹੋਵੇ ਜਾਂ ਕੁੜੀ, ਬਸ ਰੱਬ ਉਸਦੀ ਧੀ ਮਹਿੰਦਰੋਂ ਤੇ ਛੇਤੀ ਹੀ ਹੱਥ ਪੈਰ ਛੁਡਵਾ ਦੇਵੇ। ਉਹ ਘਬਰਾਹਟ ਵਿੱਚ ਇੱਧਰ ਉੱਧਰ ਚੱਕਰ ਕੱਟ ਰਿਹਾ ਸੀ। ਐਨੇ ਨੂੰ ਦਾਈ ਹੱਥਾਂ ਵਿੱਚ ਦੁੱਬ ਲੈ ਕੇ ਆਈ, ਨਾਲੇ ਕਿਹਾ, ਵਧਾਈ ਹੋਵੇ ਜਾਗਰ ਸਿਆਂ, ਤੇਰੇ ਪੋਤਾ ਹੋਇਆ। ਇਹ ਸੁਣ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਜਾਗਰ ਨੇ ਆਪਣੀ ਜੇਬ ਤੋਂ 50 ਰੁਪਏ ਕੱਢ ਦਾਈ ਨੂੰ ਦਿੱਤੇ, ਜੋ ਗਰੀਬ ਜਾਗਰ ਲਈ ਬੜੀ ਰਕਮ ਹੀ ਸੀ। ਰੱਬ ਦਾ ਸ਼ੁਕਰ ਮਨਾ ਉਸਨੇ ਧਰਤੀ ਨੂੰ ਨਿਚਕਾਰਿਆ ਤੇ ਉਹ ਲੱਡੂ ਲੈਣ ਹਲਵਾਈ ਵੱਲ ਚਲਾ ਗਿਆ। ਅੱਜ ਉਸ ਲਈ ਬਹੁਤ ਖੁਸ਼ੀ ਦਾ ਦਿਨ ਸੀ। ਅੱਜ ਉਹ ਆਪਣੀ ਘਰਵਾਲੀ ਨੂੰ ਬਹੁਤ ਯਾਦ ਕਰ ਰਿਹਾ ਸੀ ਕਿ ਉਸਦੇ ਭਾਗਾਂ ਵਿੱਚ ਇਹ ਖੁਸ਼ੀ ਨਹੀਂ ਸੀ। ਅੱਜ ਸ਼ਮਸ਼ੇਰ ਵੀ ਬਹੁਤ ਖੁਸ਼ ਸੀ। ਉਸਨੇ ਰੱਜ ਕੇ ਦਾਰੂ ਪੀਤੀ ਤੇ ਆਪਣੇ ਮੁੰਡੇ ਹੋਣ ਦੀ ਖੁਸ਼ੀ ਮਨਾਈ। ਜਾਗਰ ਨੇ ਆਪਣੇ ਪੋਤੇ ਦਾ ਨਾਂ ਮਨਮੀਤ ਰੱਖਿਆ। ਸਾਰੇ ਲਾਡ ਨਾਲ ਉਸਨੂੰ ਪਿਆਰ ਨਾਲ ਮੀਤਾ ਆਖਦੇ ਸਨ। ਜਾਗਰ ਨੂੰ ਪੋਤਾ ਕੀ ਬਸ ਖਿਡੌਣਾ ਮਿਲ ਗਿਆ ਸੀ। ਹੁਣ ਉਹ ਉਸਦਾ ਸਾਰਾ ਧਿਆਨ ਆਪਣੇ ਪੋਤੇ ਵਿੱਚ ਹੀ ਰਹਿੰਦਾ। ਉਸਨੇ ਆਪਣੇ ਪੁਰਾਣੇ ਜਿਹੇ ਸਾਈਕਲ ਦੇ ਮੋਹਰਲੇ ਡੰਡੇ ਤੇ ਇੱਕ ਨਿੱਕੀ ਜਿਹੀ ਸੀਟ ਲਵਾ ਲਈ ਸੀ। ਜਦੋਂ ਮੀਤਾ ਬੈਠਣ ਯੋਗ ਹੋਇਆ ਤਾਂ ਜਾਗਰ ਉਸਨੂੰ ਸਾਈਕਲ ਦੇ ਮੋਹਰੇ ਬਿਠਾ ਸਾਰਾ ਦਿਨ ਆਪਣੇ ਨਾਲ ਰੱਖਦਾ ਸੀ। ਮੀਤਾ ਵੀ ਜਾਗਰ ਨਾਲ ਬਹੁਤ ਖੁਸ਼ ਰਹਿੰਦਾ। ਜੇ ਕਿਤੇ ਸ਼ਮਸ਼ੇਰ ਉਸਨੂੰ ਗੋਦੀ ਚੁੱਕ ਲੈਂਦਾ ਤਾਂ ਸ਼ਮਸ਼ੇਰ ਕੋਲ ਜਾ ਕੇ ਤਾਂ ਉਹ ਰੋਣ ਲੱਗ ਜਾਂਦਾ। 3 ਕੁ ਸਾਲ ਬਾਅਦ ਮਹਿੰਦਰੋਂ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ਜਾਗਰ ਨੂੰ ਹੁਣ ਪੋਤੀ ਹੋਣ ਦਾ ਕੋਈ ਅਫਸੋਸ ਨਹੀਂ ਸੀ। ਬਸ ਉਹ ਜੇਠਾ ਪੋਤਾ ਚਾਹੁੰਦਾ ਸੀ। ਉਸ ਨੂੰ ਵਿਸ਼ਵਾਸ ਸੀ ਕਿ ਉਹ ਉਸਦਾ ਪੋਤਾ ਉਸਦਾ ਹਰ ਸੁਪਨਾ ਪੂਰਾ ਕਰੇਗਾ ਜੋ ਉਸਨੇ ਸ਼ਮਸ਼ੇਰ ਨੂੰ ਲੈ ਕੇ ਵੇਖਿਆ ਸੀ। ਪਰ ਕਦੇ-ਕਦੇ ਉਹ ਆਪਣੀ ਗਰੀਬੀ ਵੱਲ ਵੇਖ ਕੇ ਡਰ ਜਾਂਦਾ ਸੀ। ਮੀਤੇ ਨੂੰ ਤਾਂ ਆਪਣੀ ਭੈਣ ਹੋਣ ਦਾ ਬਹੁਤ ਚਾਅ ਹੋਇਆ। ਉਹ ਉਸਨੂੰ ਬਹੁਤ ਪਿਆਰ ਕਰਿਆ ਕਰਦਾ ਸੀ। ਮੀਤਾ ਜਦੋਂ 5 ਕੁ ਸਾਲ ਦਾ ਹੋਇਆ ਤਾਂ ਉਸਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਉਂਝ ਜਾਗਰ ਸਿੰਘ ਉਸਨੂੰ ਸ਼ਹਿਰ ਦੇ ਵੱਡੇ ਸਕੂਲ ਵਿੱਚ ਪੜ੍ਹਾਉਣਾ ਚਾਹੁੰਦਾ ਸੀ, ਪਰ ਹਾਲਾਤਾਂ ਨੇ ਇਜਾਜ਼ਤ ਨਾ ਦਿੱਤੀ। ਕੁਝ ਪਹਿਲਾਂ ਸ਼ਮਸ਼ੇਰ ਨੇ ਹੀ ਕੰਨਾਂ ਨੂੰ ਹੱਥ ਲਾ ਦਿੱਤੇ ਸਨ। ਜਾਗਰ ਦੋ ਚਿੱਤੀ ਵਿੱਚ ਪਿਆ ਰਹਿੰਦਾ। ਉਹ ਆਪ ਮੀਤੇ ਨੂੰ ਪੜ੍ਹਾਇਆ ਕਰਦਾ ਸੀ। ਮੀਤਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਮਹਿੰਦਰੋਂ ਇਹ ਵੇਖ ਕੇ ਬਹੁਤ ਖੁਸ਼ ਹੁੰਦੀ। ਉਹ ਵੀ ਸ਼ਮਸ਼ੇਰ ਵੱਲੋਂ ਦਿੱਤੇ ਸਾਰੇ ਦੁੱਖ ਭੁੱਲ ਜਾਂਦੀ। ਹੁਣ ਉਸਦੀ ਜ਼ਿੰਦਗੀ ਦਾ ਇੱਕੋ ਮਕਸਦ ਸੀ ਆਪਣੇ ਬੱਚਿਆਂ ਦਾ ਖਿਆਲ ਰੱਖਣਾ। ਉਸਨੇ ਘਰ ਦੀਆਂ ਹੀ ਪਾਲ ਪੋਸ ਕੇ 2 ਝੋਟੀਆਂ ਵੀ ਰੱਖੀਆਂ ਹੋਈਆਂ ਸਨ। ਉਹ ਥੋੜਾ ਦੁੱਧ ਬਚਾ ਕੇ ਵੇਚ ਦਿੰਦੀ ਸੀ, ਜਿਸ ਨਾਲ ਘਰ ਦੇ ਖਰਚ ਸੁਖਾਲਾ ਹੋ ਗਿਆ ਸੀ। ਜਾਗਰ ਆਪਣੀ ਨੂੰਹ ਦੀ ਸਮਝਦਾਰੀ ਨੂੰ ਵੇਖ ਖੁਸ਼ ਹੁੰਦਾ ਰਹਿੰਦਾ, ਪਰ ਸ਼ਮਸ਼ੇਰ ਵੱਲ ਵੇਖ ਨਿਰਾਸ਼ ਹੋ ਜਾਂਦਾ।
ਮੀਤਾ ਤੇ ਉਸਦੀ ਭੈਣ ਪੰਮੀ ਵਧੀਆ ਪੜ੍ਹ ਰਹੇ ਸਨ। ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਹੁਣ ਦੀ ਵਾਰ ਮੀਤੇ ਨੇ 10ਵੀਂ ਵਧੀਆ ਨੰਬਰਾਂ ਨਾਲ ਲੈ ਕੇ ਪਾਸ ਕੀਤੀ। ਮੀਤਾ ਅੱਗੇ ਵੀ ਪੜ੍ਹਨਾ ਚਾਹੁੰਦਾ ਸੀ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇੱਕ ਦਿਨ ਸਾਈਕਲ ਤੇ ਜਾਂਦਾ ਜਾਗਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਰਕੇ ਉਸ ਦੀ ਲੱਤ ਟੁੱਟ ਗਈ। ਹੁਣ ਖੇਤੀ ਦੇ ਕੰਮ ਦਾ ਸਾਰਾ ਬੋਝ ਮੀਤੇ ਤੇ ਆ ਗਿਆ। ਹੁਣ ਮੀਤੇ ਨੂੰ ਵੀ ਆਪਣੇ ਡੈਡੀ ਤੇ ਗੁੱਸਾ ਆਉਣ ਲੱਗਿਆ। ਜਾਗਰ ਮੰਜੇ ਤੇ ਪਿਆ ਆਪਣੀ ਬੇਬਸੀ ਤੇ ਝੂਰਦਾ ਰਹਿੰਦਾ। ਉਸਨੇ ਮੀਤੇ ਲਈ ਕੀ ਸੁਪਨੇ ਵੇਖੇ ਸੀ ਤੇ ਤਕਦੀਰ ਉਸਨੂੰ ਕਿਸ ਹੋਰ ਪਾਸੇ ਲੈ ਜਾ ਰਹੀ ਸੀ। ਘਰ ਦੀ ਆਰਥਿਕ ਹਾਲਾਤ ਨੂੰ ਵੇਖ ਉਸਨੇ ਸਮੇਂ ਨਾਲ ਸਮਝੌਤਾ ਕਰ ਲਿਆ। ਹੁਣ ਉਸਨੇ ਅੱਗੇ ਦੀ ਪੜ੍ਹਾਈ ਨਾ ਕਰਨ ਦਾ ਫੈਸਲਾ ਕਰ ਲਿਆ। ਪਰ ਜਦੋਂ ਆਪਣੇ ਨਾਲਦਿਆਂ ਨੂੰ ਸਕੂਲ ਜਾਂਦੇ ਵੇਖਦਾ ਤਾਂ ਉਸਦਾ ਵੀ ਬਹੁਤ ਜੀ ਕਰਦਾ ਕਿ ਮੈਂ ਵੀ ਅੱਗੇ ਪੜ੍ਹਾਂ, ਪਰ ਮੀਤੇ ਨੂੰ ਮਨ ਮਾਰ ਕੇ ਕੰਮ ਕਰਨਾ ਪੈਂਦਾ। ਉਧਰ ਉਸਦਾ ਡੈਡੀ ਸਾਰਾ ਦਿਨ ਨਸ਼ੇ ਦੀ ਹਾਲਤ ਵਿੱਚ ਪਿਆ ਰਹਿੰਦਾ। ਘਰੇ ਉਸਦੀ ਮੰਮੀ ਨਾਲ ਕੁੱਟਮਾਰ ਕਰਦਾ। ਕੁਝ ਮਹੀਨਿਆਂ ਬਾਅਦ ਦੋਵੇਂ ਦਾਦਾ ਪੋਤਾ ਕੰਮ ਕਰਨ ਲੱਗੇ, ਪਰ ਜਾਗਰ ਤੋਂ ਹੁਣ ਖੇਤੀ ਦਾ ਕੰਮ ਨਹੀਂ ਹੁੰਦਾ ਸੀ। ਨਾਲੇ ਖੇਤੀ ਵਿੱਚ ਕੁਝ ਬਚਦਾ ਵੀ ਨਹੀਂ ਸੀ। ਇਸ ਲਈ ਜਾਗਰ ਪਿੰਡ ਦੇ ਅੱਡੇ ਤੇ ਹੀ ਬਹਿ ਕੇ ਸਾਈਕਲ ਸਕੂਟਰਾਂ ਦੇ ਪੰਚਰ ਲਾਉਣ ਲੱਗ ਗਿਆ। ਮੀਤਾ ਵੀ ਆਪਣੇ ਦਾਦਾ ਜੀ ਦੀ ਮਦਦ ਕਰਦਾ ਤੇ ਹੁਣ ਉਹਨਾਂ ਦਾ ਇਹ ਕੰਮ ਚੱਲ ਨਿਕਲਿਆ। ਇੱਕ ਦਿਨ ਉਸਦੇ ਸਕੂਲ ਦਾ ਮਾਸਟਰ ਸਕੂਟਰ ਨੂੰ ਪੰਚਰ ਲਵਾਉਣ ਆਇਆ ਤਾਂ ਉਸਨੇ ਮੀਤੇ ਨੂੰ ਅੱਗੇ ਪ੍ਰਾਈਵੇਟ ਪੜ੍ਹਨ ਦੀ ਸਲਾਹ ਦਿੱਤੀ। ਮੀਤੇ ਨੂੰ ਇਹ ਵਿਚਾਰ ਵਧੀਆ ਲੱਗਿਆ। ਮੀਤਾ ਹੁਣ ਸਭ ਸਮਝਦਾ ਸੀ। ਹੁਣ ਆਪਣੇ ਡੈਡੀ ਨਾਲ ਘੱਟ ਹੀ ਗੱਲ ਕਰਦਾ। ਆਪਣੇ ਮਾਸਟਰ ਜੀ ਦੀ ਸਲਾਹ ਬਾਰੇ ਆਪਣੇ ਦਾਦਾ ਜੀ ਨਾਲ ਗੱਲ ਕੀਤੀ। ਜਾਗਰ ਉਸਦੇ ਪੜ੍ਹਨ ਦੇ ਸ਼ੌਕ ਨੂੰ ਵੇਖ ਬਹੁਤ ਖੁਸ਼ ਹੋਇਆ ਤੇ ਉਸਦਾ ਪ੍ਰਾਈਵੇਟ ਦਾਖਲਾ ਭਰਵਾ ਦਿੱਤਾ। ਮੀਤੇ ਨੇ ਆਪਣੇ ਦੋਸਤਾਂ ਤੋਂ ਕਿਤਾਬਾਂ ਲੈ ਘਰ ਹੀ ਬਹਿ ਕੇ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ। ਉਹ ਸਾਰਾ ਦਿਨ ਆਪਣੇ ਦਾਦਾ ਜੀ ਨਾਲ ਕੰਮ ਕਰਦਾ ਤੇ ਜਦੋਂ ਵੀ ਵਿਹਲ ਮਿਲਦੀ ਤਾਂ ਪੇਪਰ ਦੀ ਤਿਆਰੀ ਕਰਦਾ। ਉਸ ਦੀ ਮਿਹਨਤ ਰੰਗ ਲੈ ਕੇ ਆਈ ਅਤੇ 12ਵੀਂ ਜਮਾਤ ਪਾਸ ਕਰ ਲਈ। ਪਿੰਡ ਦਾ ਇੱਕ ਜਾਣਕਾਰ ਮੁੰਡਾ ਆਪਣੀ ਕਾਰ ਨੂੰ ਪੰਚਰ ਲਵਾਉਣ ਆਇਆ ਤਾਂ ਗੱਲਾਂ-ਗੱਲਾਂ ਵਿੱਚ ਉਸਨੇ ਮੀਤੀ ਨੂੰ ਦੱਸਿਆ ਕਿ ਉਹ 12ਵੀਂ ਵੀ ਕਰਕੇ ਵਿਦੇਸ਼ ਚਲਾ ਗਿਆ ਸੀ। ਉੱਥੇ ਤਾਂ ਬਹੁਤ ਮੌਜਾਂ ਨੇ। ਮੀਤੇ ਦੇ ਕੰਮ ਨੂੰ ਵੇਖ ਕੇ ਕਹਿਣ ਲੱਗਿਆ ਕਿ ਤੇਰੇ ਤਾਂ ਉੱਥੇ ਵਾਰੇ ਨਿਆਰੇ ਹੋ ਜਾਣੇ ਨੇ। ਮੈਂ ਤਾਂ 2 ਸਾਲ ਬਾਅਦ ਵਾਪਸ ਆਇਆ ਹਾਂ, ਵੇਖ ਤੇਰੇ ਸਾਹਮਣੇ ਹੀ ਹੈ। ਜਾਂਦਾ ਜਾਂਦਾ ਉਹ ਮੀਤੇ ਨੂੰ ਆਖ ਗਿਆ ਕਿ ਜੇ ਜਾਣ ਦਾ ਵਿਚਾਰ ਬਣਿਆ ਤਾਂ ਦੱਸ ਦੇਵੀਂ। ਏਜੰਟ ਉਸਦਾ ਜਾਣਕਾਰ ਹੈ। ਉਸ ਦੀ ਟੌਰ ਨੂੰ ਵੇਖ ਮੀਤੇ ਨੇ ਮਨ ਵਿੱਚ ਵੀ ਵਿਦੇਸ਼ ਜਾਣ ਦੀ ਤਾਂਘ ਪੈਦਾ ਹੋ ਗਈ। ਸਾਰਾ ਦਿਨ ਉਹ ਉਸ ਦੀਆਂ ਗੱਲਾਂ ਨੂੰ ਮਨ ਵਿੱਚ ਵਿਚਾਰਦਾ ਰਿਹਾ, ਪਰ ਫਿਰ ਅਗਲੇ ਹੀ ਪਲ ਆਪਣੇ ਘਰ ਦੇ ਹਾਲਾਤ ਵੇਖ ਵਿਚਾਰ ਬਦਲ ਦਿੰਦਾ। ਅੱਜ ਉਸ ਦਾ ਕੰਮ ਵਿੱਚ ਵੀ ਧਿਆਨ ਨਹੀਂ ਲੱਗ ਰਿਹਾ ਸੀ। ਮੀਤਾ ਉਸ ਮੁੰਡੇ ਦੀ ਗੱਲ ਤੋਂ ਬਾਅਦ ਚੰਗੀ ਤਰ੍ਹਾਂ ਸੌ ਵੀ ਨਾ ਸਕਿਆ। ਉਸਨੇ ਪੂਰੀ ਰਾਤ ਅੱਖਾਂ ਵਿੱਚ ਹੀ ਕੱਢ ਦਿੱਤੀ। ਅਗਲੇ ਦਿਨ ਉਹ ਕੰਮ ਤੇ ਜਾਣ ਤੋਂ ਪਹਿਲਾਂ ਜਦੋਂ ਖੇਤ ਵੱਲ ਗਿਆ ਤਾਂ ਉਸ ਮੁੰਡੇ ਦੇ ਘਰ ਵੀ ਚਲਾ ਗਿਆ। ਉਸ ਨੂੰ ਕਿਹਾ, ਵੀਰ ਬਣ ਕੇ ਤੂੰ ਕੋਈ ਜੁਗਾੜ ਲਾ, ਮੈਂ ਬਾਹਰ ਜਾ ਕੇ ਦਿਨ ਰਾਤ ਇੱਕ ਕਰਕੇ ਸਾਰੇ ਪੈਸੇ ਦੇ ਦੂੰ। ਉਸ ਮੁੰਡੇ ਨੇ ਕੋਰਾ ਜਵਾਬ ਦੇ ਦਿੱਤਾ ਤੇ ਕਿਹਾ, ਭਰਾਵਾ ਪੈਸੇ ਦਾ ਇੰਤਜ਼ਾਮ ਤਾਂ ਤੈਨੂੰ ਕਰਨਾ ਪੈਣਾ, ਜਿਵੇਂ ਮਰਜ਼ੀ ਕਰ। ਉਹ ਆਪਣੀ ਗਰੀਬੀ ਤੇ ਝੂਰਦਾ ਬੁੜਬੁੜ ਕਰਦਾ ਅੱਡੇ ਵੱਲ ਆਪਣੇ ਕੰਮ ਤੇ ਆ ਗਿਆ। ਅੱਗੋਂ ਜਾਗਰ ਸਿੰਘ ਨੂੰ ਉਸਦਾ ਮਿਜਾਜ ਠੀਕ ਨਾ ਲੱਗਿਆ ਤਾਂ ਉਸਨੇ ਲਾਡ ਨਾਲ ਕਿਹਾ, ਕੀ ਗੱਲ ਹੋ ਗਈ ਸ਼ੇਰਾ, ਅੱਜ ਕਿੱਧਰ ਚਲਾ ਗਿਆ ਸੀ? ਕਾਫੀ ਟਾਈਮ ਲਾ ਦਿੱਤਾ ਖੇਤਾਂ ਵਿੱਚ। ਮੀਤੇ ਨੇ ਆਪਣੇ ਦਾਦਾ ਜੀ ਉਸ ਮੁੰਡੇ ਵਾਲੀ ਸਾਰੀ ਗੱਲ ਦੱਸੀ ਤੇ ਤਰਲਾ ਜਾ ਕਰਨ ਲੱਗ ਗਿਆ। ਬਾਪੂ ਜੀ, ਇੱਕ ਵਾਰ ਤੁਸੀਂ ਮੈਨੂੰ ਬਾਹਰ ਭੇਜ ਦਿਓ, ਮੈਂ ਤੁਹਾਡੀ ਸਾਰੀ ਗਰੀਬੀ ਦੂਰ ਕਰ ਦੂੰ। ਜਾਗਰ ਸਿੰਘ ਨੇ ਬੇਬਸੀ ਨਾਲ ਕਿਹਾ, ਪੁੱਤ ਤੇਰੇ ਡੈਡੀ ਨੂੰ ਬਾਹਰ ਭੇਜਣ ਦਾ ਸੁਪਨਾ ਤਾਂ ਵੇਖਿਆ ਸੀ ਤੇ ਉਸ ਸਮੇਂ ਹੱਥ ਵੀ ਖੁੱਲਾ ਸੀ। ਸੋਚਿਆ ਸੀ ਕਿ ਇਹ ਬਾਹਰ ਜਾਊ ਤਾਂ ਅਸੀਂ ਜਹਾਜ਼ ਦੇ ਝੂਟੇ ਲੈ ਲਵਾਂਗੇ, ਪਰ ਉਹ ਕੋੜੀ ਕਿਧਰੇ ਹੋਰ ਨੂੰ ਤੁਰ ਪਿਆ। ਪਰ ਹੁਣ ਤੈਨੂੰ ਬਾਹਰ ਭੇਜਣ ਦੀ ਤਾਂ ਸਾਡੀ ਹੈਸੀਅਤ ਹੀ ਨਹੀਂ। ਹੁਣ ਤਾਂ ਸਾਨੂੰ 2 ਰੋਟੀਆਂ ਕਮਾਉਣ ਦੀ ਵੀ ਫਿਕਰ ਲੱਗੀ ਰਹਿੰਦੀ ਹੈ। ਤੂੰ ਇਹ ਖਿਆਲ ਬਦਲ ਦੇ। ਪਰ ਮੀਤਾ ਤਾਂ ਕਿਧਰੇ ਹੋਰ ਹੀ ਫਿਰਦਾ ਸੀ। ਉਹ ਤਾਂ ਜਿੱਦ ਤੇ ਅੜ ਗਿਆ। ਅਖੀਰ ਜਾਗਰ ਨੇ ਇਹ ਆਖ ਹੁੰਗਾਰਾ ਭਰ ਦਿੱਤਾ, ਚਲੋ ਦੇਖਦਾ ਜੇ ਕੋਈ ਵਸੀਲਾ ਬਣਿਆ।
ਉਂਝ ਉਜਾਗਰ ਨੂੰ ਵੀ ਚਾਅ ਸੀ ਕਿ ਉਸ ਦਾ ਪੋਤਾ ਬਾਹਰ ਜਾ ਕੇ ਕਮਾਈ ਕਰੇ। ਆਪਣੇ ਕਰੀਬੀ ਰਿਸ਼ਤੇਦਾਰਾਂ ਤੋਂ ਮਦਦ ਮੰਗੀ ਪਰ ਕਿਸੇ ਨੇ ਹਾਮੀ ਨਾ ਭਰੀ। ਜਾਗਰ ਨੇ ਮੀਤੇ ਦੀ ਜਿੱਦ ਬਾਰੇ ਮਹਿੰਦਰੋਂ ਨੂੰ ਵੀ ਦੱਸਿਆ। ਮਹਿੰਦਰੋਂ ਨੇ ਆਪਣੀ ਸਾਰੀਆਂ ਮੱਝਾਂ ਤੇ ਕੰਨਾਂ ਦੀਆਂ ਵਾਲੀਆਂ ਵੇਚਣ ਦਾ ਵਿਚਾਰ ਕਰ ਲਿਆ ਕਿ ਉਸਦੇ ਪੁੱਤ ਦਾ ਸੁਪਨਾ ਪੂਰਾ ਹੋ ਜਾਵੇ। ਜਾਗਰ ਨੇ ਵੀ ਜ਼ਮੀਨ ਗਹਿਣੇ ਰੱਖ ਦਿੱਤੀ। ਉਂਝ ਵੀ ਸ਼ਮਸ਼ੇਰ ਨੇ ਸਾਰੀ ਬਿਲੇ ਹੀ ਲਾ ਦੇਣੀ ਸੀ। ਮੀਤਾ ਆਪਣੇ ਪਰਿਵਾਰ ਦੇ ਤਿਆਗ ਨੂੰ ਵੇਖ ਮਨ ਹੀ ਮਨ ਵਿੱਚ ਭਾਵੁਕ ਹੋ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਮੈਂ ਆਪਣੇ ਪਰਿਵਾਰ ਦੀ ਸਾਰੀ ਗਰੀਬੀ ਦੂਰ ਕਰਨ ਲਈ ਦਿਨ ਰਾਤ ਇੱਕ ਕਰ ਦੂੰ। ਔਖੇ ਸੌਖੇ ਹੋ ਕੇ ਜਾਗਰ ਨੇ ਪੈਸਿਆਂ ਦਾ ਇੰਤਜ਼ਾਮ ਕੀਤਾ ਤੇ ਮੀਤੇ ਦੀ ਪਰਦੇਸ ਜਾਣ ਦੀ ਤਿਆਰੀ ਹੋਣ ਲੱਗੀ। ਥੋੜੇ ਦਿਨਾਂ ਬਾਅਦ ਹੀ ਮੀਤਾ ਦੁਬਈ ਚਲਾ ਗਿਆ। ਜਦੋਂ ਮੀਤੇ ਦਾ ਦਾਦਾ ਉਸਨੂੰ 에ਅਰਪੋਰਟ ਛੱਡ ਕੇ ਆਇਆ ਤਾਂ ਘਰ ਆ ਕੇ ਬਹੁਤ ਰੋਇਆ ਤੇ ਕਾਫੀ ਦਿਨ ਮੰਜੇ ਤੇ ਹੀ ਪਿਆ ਰਿਹਾ। ਮੀਤੇ ਵਿੱਚ ਤਾਂ ਉਸਦੀ ਜਾਨ ਵਸਦੀ ਸੀ। ਜਾਗਰ ਨੇ ਖਾਣਾ ਪੀਣਾ ਵੀ ਘੱਟ ਕਰ ਦਿੱਤਾ। ਮਹਿੰਦਰੋਂ ਨੇ ਵੀ ਕਾਲਜੇ ਤੇ ਪੱਥਰ ਧਾਰ ਪੁੱਤ ਨੂੰ ਪਰਦੇਸ ਭੇਜ ਦਿੱਤਾ। ਉਸ ਦਾ ਰੱਬ ਹੀ ਜਾਣਦਾ ਸੀ ਕਿ ਉਸਨੇ ਇਹ ਸਭ ਕਿੰਜ ਕੀਤਾ। ਉਹ ਕਿਸੇ ਨਾਲ ਆਪਣਾ ਦੁੱਖ ਸਾਂਝਾ ਵੀ ਨਹੀਂ ਕਰ ਸਕਦੀ ਸੀ, ਨਾ ਹੀ ਪੁੱਤ ਦੇ ਸਾਹਮਣੇ ਕਮਜ਼ੋਰ ਪਈ। ਪਰ ਉਸਦੇ ਡੈਡੀ ਨੂੰ ਹੁਣ ਵੀ ਕੋਈ ਫਰਕ ਨਾ ਪਿਆ। ਉਹ ਦਿਨ ਰਾਤ ਨਸ਼ੇ ਵਿੱਚ ਟੱਲੀ ਰਹਿੰਦਾ। ਮੀਤਾ ਹੁਣ ਬਾਹਰਲੀ ਦੁਨੀਆ ਵਿੱਚ ਆ ਕੇ ਬਹੁਤ ਖੁਸ਼ ਸੀ। ਹਫ਼ਤੇ ਬਾਅਦ ਘਰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਉਸਦਾ ਦਾਦਾ ਤਾਂ ਉਸਦੇ ਜਾਣ ਤੋਂ ਬਾਅਦ ਮੰਜੇ ਤੇ ਪੈ ਗਿਆ। ਮੀਤੇ ਨੂੰ ਅਫਸੋਸ ਜਾ ਹੋਇਆ ਕਿ ਕਿਤੇ ਉਸਨੇ ਬਾਹਰ ਆ ਕੇ ਗਲਤੀ ਤਾਂ ਨਹੀਂ ਕੀਤੀ। ਜਾਗਰ ਨੂੰ ਖੁਸ਼ ਕਰਨ ਲਈ ਮੀਤੇ ਨੇ ਆਪਣੇ ਦਾਦੇ ਨਾਲ ਫੋਨ ਤੇ ਬਹੁਤ ਗੱਲਾਂ ਕੀਤੀਆਂ। ਉਸ ਨੂੰ ਕਿਹਾ, ਬਾਪੂ ਜੀ ਇਹ ਮੁਲਕ ਬਹੁਤ ਹੀ ਸੋਹਣਾ ਹੈ ਤੇ ਆਪਣੇ ਤੋਂ ਬਿਲਕੁਲ ਵੱਖਰਾ। ਹੁਣ ਤੁਸੀਂ ਘਰ ਹੀ ਰਿਹਾ ਕਰੋ, ਮੈਂ ਆਪੇ ਬਾਹਰ ਤੋਂ ਪੈਸੇ ਭੇਜਾਂਗਾ, ਨਾਲੇ ਬਹੁਤ ਛੇਤੀ ਤੁਹਾਨੂੰ ਵੀ ਬਾਹਰਲੇ ਮੁਲਕ ਦੀ ਸੈਰ ਕਰਾਵਾਂਗਾ। ਜਾਗਰ ਦਾ ਤਾਂ ਅੱਧਾ ਦੁੱਖ ਮੀਤੇ ਨਾਲ ਗੱਲ ਕਰਕੇ ਹੀ ਟੁੱਟ ਗਿਆ ਸੀ। ਉਸ ਨੂੰ ਉਸ ਦੀਆਂ ਇਹਨਾਂ ਗੱਲਾਂ ਨਾਲ ਕੁਝ ਹੌਸਲਾ ਹੋਇਆ ਤੇ ਸਕੂਨ ਮਿਲਿਆ। ਮੀਤੇ ਦੀ ਭੈਣ ਪੰਮੀ ਨੇ ਵੀ ਹੁਣ 10ਵੀਂ ਪਾਸ ਕਰ ਲਈ ਤੇ ਪੂਰੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਵਾਲਿਆਂ ਨੇ ਮਾਣ ਵਜੋਂ ਸ਼ਮਸ਼ੇਰ ਨੂੰ ਸਕੂਲ ਬੁਲਾਇਆ ਤੇ ਉਸ ਦਾ ਬਹੁਤ ਸਤਿਕਾਰ ਕੀਤਾ ਤੇ ਪੰਮੀ ਦੀ ਵੀ ਬਹੁਤ ਤਾਰੀਫਾਂ ਕੀਤੀਆਂ। ਖੁਸ਼ੀ ਵਿੱਚ ਪਹਿਲੀ ਵਾਰ ਸ਼ਮਸ਼ੇਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ। ਉਸ ਦੇ ਨਸ਼ੇ ਦੀ ਲੱਤ ਕਰਕੇ ਹਰ ਕੋਈ ਉਸ ਨੂੰ ਅਣਗੌਲਿਆ ਕਰ ਦਿੰਦਾ ਸੀ। ਅੱਜ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਵੀ ਕੋਈ ਵਜੂਦ ਹੈ। ਉਸ ਨੇ ਪੰਮੀ ਦੇ ਸਿਰ ਤੇ ਲਾਡ ਨਾਲ ਹੱਥ ਰੱਖਿਆ ਤੇ ਘਰ ਆ ਗਿਆ। ਸ਼ਮਸ਼ੇਰ ਨੇ ਵੇਖਿਆ ਕਿ ਪੰਮੀ ਘਰ ਦਾ ਕੰਮਾਂ ਵਿੱਚ ਵੀ ਆਪਣੀ ਮੰਮੀ ਦੀ ਮਦਦ ਕਰਦੀ ਹੈ। ਅੱਜ ਉਸਨੇ ਧਿਆਨ ਨਾਲ ਆਪਣੇ ਪਰਿਵਾਰ ਵੱਲ ਵੇਖਿਆ ਤੇ ਸੋਚਿਆ, ਉਸ ਵਿੱਚ ਇਹ ਪਰਿਵਰਤਨ ਕਿਉਂ ਤੇ ਕਿਵੇਂ ਆਇਆ, ਬਸ ਰੱਬ ਹੀ ਜਾਣਦਾ ਸੀ। ਉਹ ਜਾਗਰ ਕੋਲ ਗਿਆ ਤੇ ਹੱਥ ਜੋੜ ਕੇ ਖੜਾ ਹੋ ਗਿਆ। ਜਾਗਰ ਨੂੰ ਲੱਗਿਆ ਕਿ ਸ਼ਾਇਦ ਸ਼ਰਾਬ ਪੀਣ ਲਈ ਪੈਸੇ ਮੰਗਣ ਆਇਆ ਹੋਵੇਗਾ, ਪਰ ਸ਼ਮਸ਼ੇਰ ਨੇ ਕਿਹਾ, ਬਾਪੂ ਜੀ ਮੈਂ ਹਰ ਨਸ਼ਾ ਛੱਡ ਦੇਵਾਂਗਾ, ਮੈਨੂੰ ਮੇਰੀ ਭੁੱਲਾਂ ਲਈ ਮਾਫ ਕਰ ਦਵੋ। ਜਾਗਰ ਸ਼ਮਸ਼ੇਰ ਦੇ ਮੂੰਹੋਂ ਇਹ ਸੁਣ ਕੇ ਹੈਰਾਨ ਹੋ ਗਿਆ ਤੇ ਉਸ ਦੇ ਗਲ ਲੱਗ ਰੋਣ ਲੱਗ ਗਿਆ। ਜਾਗਰ ਨੇ ਦੋਵੇਂ ਹੱਥ ਜੋੜ ਉੱਪਰ ਵੱਲ ਮੂੰਹ ਕਰ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਮਹਿੰਦਰੋਂ ਤੇ ਪੰਮੀ ਵੀ ਇਹ ਸੁਣ ਬਹੁਤ ਖੁਸ਼ ਹੋਈਆਂ। ਮੀਤਾ ਹਫ਼ਤੇ ਵਿੱਚ ਇੱਕ ਵਾਰੀ ਘਰ ਫੋਨ ਜ਼ਰੂਰ ਕਰਦਾ ਸੀ। ਜਿਸ ਦਿਨ ਮੀਤੇ ਦਾ ਫੋਨ ਆਉਣਾ ਹੁੰਦਾ ਸੀ, ਉਹ ਪੂਰਾ ਦਿਨ ਬਹਿ ਉਸ ਦੇ ਫੋਨ ਦੀ ਉਡੀਕ ਕਰਦੇ ਰਹਿੰਦੇ। ਹੁਣ ਵੀ ਵਾਰ ਜਦੋਂ ਉਸ ਨੂੰ ਆਪਣੇ ਡੈਡੀ ਬਾਰੇ ਇਹ ਗੱਲ ਪਤਾ ਚੱਲੀ ਤਾਂ ਉਹ ਵੀ ਬਹੁਤ ਖੁਸ਼ ਹੋਇਆ। ਹੁਣ ਉਸਨੇ ਆਪਣੇ ਡੈਡੀ ਨਾਲ ਵੀ ਫੋਨ ਤੇ ਗੱਲ ਕੀਤੀ ਤੇ ਆਪਣੇ ਦਾਦਾ ਜੀ ਦਾ ਖਿਆਲ ਰੱਖਣ ਲਈ ਕਿਹਾ। ਅੱਜ ਉਸ ਨੂੰ ਅੰਦਰੋਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ। ਮੀਤੇ ਨੂੰ ਕਦੀ ਦਿਨ ਬਾਅਦ ਦੁਬਈ ਵਿੱਚ ਲੇਬਰ ਦਾ ਕੰਮ ਮਿਲਿਆ। ਪਹਿਲਾਂ ਤਾਂ ਏਜੰਟ ਨੇ ਕਿਸੇ ਕੰਪਨੀ ਵਿੱਚ ਕੰਮ ਦਿਵਾਉਣ ਦਾ ਵਾਅਦਾ ਕੀਤਾ ਸੀ, ਪਰ ਉੱਥੇ ਇਸ ਤਰ੍ਹਾਂ ਦਾ ਕੁਝ ਨਹੀਂ ਸੀ। ਮੀਤਾ ਲੇਬਰ ਦਾ ਕੰਮ ਵੀ ਦਿਲ ਲਗਾ ਕੇ ਕਰਦਾ। ਉਸ ਦੇ ਕੰਮ ਕਰਨ ਦੀ ਲਗਨ ਨੂੰ ਵੇਖਦੇ ਹੋਏ ਉਸ ਦੇ ਮਾਲਕ ਨੇ ਉਸ ਨੂੰ ਆਪਣੀ ਵਰਕਸ਼ਾਪ ਤੇ ਕੰਮ ਤੇ ਰੱਖ ਲਿਆ। 3 ਮਹੀਨੇ ਬਾਅਦ ਮੀਤੇ ਨੇ 50,000 ਰੁਪਏ ਘਰ ਭੇਜੇ ਤਾਂ ਉਸ ਦੇ ਦਾਦੇ ਨੂੰ ਉਹੀ ਖੁਸ਼ੀ ਮਹਿਸੂਸ ਹੋਈ ਜੋ ਉਸ ਦੇ ਜਨਮ ਦੇ ਸਮੇਂ ਹੋਈ ਸੀ। ਮੀਤੇ ਦੇ ਭੇਜਿਆਂ ਪੈਸਿਆਂ ਵਿੱਚੋਂ ਜਾਗਰ ਤੇ ਸ਼ਮਸ਼ੇਰ ਗੁਰਦੁਆਰਾ ਸਾਹਿਬ ਮਿਠਾਈ ਦਾ ਡੱਬਾ ਲੈ ਕੇ ਗਏ ਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਰਾਈ। ਮੀਤੇ ਨੇ ਆਪਣੇ ਦਾਦਾ ਜੀ ਨਾਲ ਸਲਾਹ ਕਰਕੇ ਆਪਣੇ ਡੈਡੀ ਨੂੰ ਵੀ ਦੁਬਈ ਬੁਲਾ ਲਿਆ ਤੇ ਉੱਥੇ ਕੰਮ ਤੇ ਲਗਵਾ ਦਿੱਤਾ। ਜਾਗਰ ਵਾਰ-ਵਾਰ ਪਰਮਾਤਮਾ ਦਾ ਸ਼ੁਕਰ ਕਰਦਾ ਹੈ
ਕਿ ਦੇਰ ਨਾਲ ਹੀ ਸਹੀ ਹੁਣ ਉਸ ਦੇ ਦਿਨ ਜ਼ਰੂਰ ਬਦਲ ਜਾਣਗੇ। ਮੀਤਾ ਵੀ ਆਪਣੇ ਦਾਦਾ ਜੀ ਦੇ ਸੁਪਨੇ ਪੂਰੇ ਕਰਨ ਲਈ ਦਿਨ ਰਾਤ ਇੱਕ ਕਰ ਰਿਹਾ ਸੀ। ਹੁਣ ਸ਼ਮਸ਼ੇਰ ਵੀ ਬਾਹਰਲੇ ਮੁਲਕ ਆ ਕੇ ਬਹੁਤ ਖੁਸ਼ ਸੀ। ਉਂਝ ਉਸਨੇ ਕਦੇ ਕੰਮ ਨਹੀਂ ਕੀਤਾ ਸੀ, ਇਸ ਲਈ ਉਸਨੂੰ ਕੰਮ ਕਰਨ ਵਿੱਚ ਦਿੱਕਤ ਆ ਰਹੀ ਸੀ। ਨਾਲ ਦੇ ਉਸਨੂੰ ਮਖੌਲ ਕਰਦੇ ਤੇ ਆਖਦੇ ਕਿ ਤੇਰਾ ਪੁੱਤ ਤਾਂ ਇੰਨਾ ਕੰਮ ਕਰਦਾ ਹੈ, ਤੂੰ ਇੱਥੇ ਆ ਕੇ। ਸ਼ਮਸ਼ੇਰ ਨੇ ਫਿਰ ਹੌਲੀ-ਹੌਲੀ ਸ਼ਰਾਬ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਮੀਤੇ ਦੇ ਦੋਸਤਾਂ ਨੇ ਜਦੋਂ ਇਹ ਗੱਲ ਮੀਤੇ ਨੂੰ ਦੱਸੀ ਤਾਂ ਉਹ ਆਪਣੇ ਡੈਡੀ ਨੂੰ ਸਮਝਾਉਣ ਲੱਗਿਆ, ਪਰ ਉਲਟਾ ਸ਼ਮਸ਼ੇਰ ਮੀਤੇ ਨਾਲ ਔਖਾ ਹੋ ਗਿਆ ਤੇ ਮੀਤੇ ਨਾਲੋਂ ਅੱਡ ਰਹਿਣ ਲੱਗ ਗਿਆ। ਮੀਤੇ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ, ਪਰ ਉਸਨੇ ਇਹ ਗੱਲ ਆਪਣੀ ਮਾਂ ਤੇ ਦਾਦਾ ਜੀ ਨੂੰ ਨਹੀਂ ਦੱਸੀ। ਉਸਨੂੰ ਪਤਾ ਸੀ ਕਿ ਉਹਨਾਂ ਨੂੰ ਵੀ ਬਹੁਤ ਦੁੱਖ ਹੋਣਾ ਹੈ। ਮੀਤੇ ਤੇ ਉਸਦੇ ਡੈਡੀ ਦੀ ਸ਼ੁਰੂ ਤੋਂ ਹੀ ਕਦੇ ਬਣੀ ਹੀ ਨਹੀਂ ਸੀ। ਮੀਤਾ ਘਰਦਿਆਂ ਨੂੰ ਬਹਾਨਾ ਲਗਾ ਦਿੰਦਾ ਕਿ ਡੈਡੀ ਨੂੰ ਕਿਤੇ ਕੰਮ ਹੋਰ ਮਿਲ ਗਿਆ ਹੈ, ਉਹ ਕਿਤੇ ਹੋਰ ਰਹਿੰਦਾ ਹੈ। 3 ਸਾਲ ਮੀਤਾ ਦੁਬਈ ਵਿੱਚ ਹੀ ਕੰਮ ਕਰਦਾ ਰਿਹਾ ਤੇ ਖੂਬ ਕਮਾਈ ਕੀਤੀ। ਇੱਕ ਦਿਨ ਉਹ ਕਿਸੇ ਦਾ ਟਰਾਲਾ ਧੋ ਰਿਹਾ ਸੀ। ਉਸ ਦੀ ਸਫਾਈ ਤੇ ਕੰਮ ਕਰਨ ਦੀ ਲਗਨ ਨੂੰ ਵੇਖ ਉਸ ਬੰਦੇ ਨੇ ਕਿਹਾ, ਕਾਕਾ ਤੂੰ ਇੰਨਾ ਵਧੀਆ ਕੰਮ ਕਰਦਾ, ਪਰ ਤੂੰ ਲੇਬਰ ਦਾ ਕੰਮ ਹੀ ਕਿਉਂ ਕਰਦਾ ਹੈ? ਕੋਈ ਹੋਰ ਕੰਮ ਕਰ ਜਿਸ ਵਿੱਚ 4 ਪੈਸੇ ਤੈਨੂੰ ਵੱਧ ਮਿਲਣ। ਮੀਤੇ ਨੂੰ ਉਸ ਦੀ ਗੱਲ ਸਹੀ ਲੱਗੀ, ਇਸ ਲਈ ਮੀਤੇ ਨੇ ਉਸ ਨੂੰ ਕਿਹਾ ਕਿ ਜੇ ਤੁਹਾਡੀ ਨਿਗਾਹ ਵਿੱਚ ਕੋਈ ਕੰਮ ਹੋਇਆ ਤਾਂ ਜ਼ਰੂਰ ਦੱਸਣਾ। ਟਰਾਲੇ ਦੇ ਮਾਲਕ ਨੇ ਉਸ ਨੂੰ ਕਿਹਾ ਕਿ ਜੇ ਤੇਰੇ ਕੋਲ ਕੁਝ ਪੈਸੇ ਹਨ ਤਾਂ ਮੈਂ ਤੈਨੂੰ ਅਮਰੀਕਾ ਦਾ ਵੀਜ਼ਾ ਦਿਵਾ ਸਕਦਾ ਹਾਂ। ਪਰ ਮੀਤੇ ਨੂੰ ਉਸ ਦੀਆਂ ਗੱਲਾਂ ਦਾ ਯਕੀਨ ਨਾ ਹੋਇਆ। ਫਿਰ ਵੀ ਜਾਂਦੇ ਜਾਂਦੇ ਉਸ ਤੋਂ ਉਸ ਦਾ ਫੋਨ ਨੰਬਰ ਲੈ ਲਿਆ। ਦੁਬਈ ਵਿੱਚੋਂ ਆਪਣੇ ਡੈਡੀ ਦੀ ਹਰਕਤਾਂ ਤੋਂ ਪਰੇਸ਼ਾਨ ਹੋ ਗਿਆ ਸੀ। ਕਾਫੀ ਦਿਨਾਂ ਬਾਅਦ ਮੀਤੇ ਨੇ ਉਸ ਨੂੰ ਫੋਨ ਕੀਤਾ ਤੇ ਕਿਹਾ ਕਿ ਮੈਂ ਅਮਰੀਕਾ ਜਾਣਾ ਚਾਹੁੰਦਾ ਹਾਂ। ਤਾਂ ਉਸਨੇ ਮੀਤੇ ਨੂੰ ਕਿਸੇ ਏਜੰਟ ਦਾ ਨੰਬਰ ਦਿੱਤਾ ਤੇ ਗੱਲ ਕਰਨ ਨੂੰ ਕਿਹਾ। ਥੋੜੀ ਖੱਜਲ ਖੁਆਰੀ ਤਾਂ ਹੋਈ, ਪਰ ਪੂਰੇ 5 ਮਹੀਨੇ ਬਾਅਦ ਉਹ ਅਮਰੀਕਾ ਪਹੁੰਚ ਗਿਆ। ਉੱਥੇ ਪਹੁੰਚ ਆਪਣੇ ਦਾਦਾ ਜੀ ਨੂੰ ਸਰਪ੍ਰਾਈਜ਼ ਦਿੱਤਾ ਕਿ ਮੈਂ ਅਮਰੀਕਾ ਆ ਗਿਆ ਹਾਂ। ਸਾਰੇ ਬਹੁਤ ਖੁਸ਼ ਹੋਏ ਕਿਉਂਕਿ ਦੁਬਈ ਵਿੱਚ ਕੰਮ ਜ਼ਿਆਦਾ ਸੀ ਪਰ ਸੈਲਰੀ ਬਹੁਤ ਘੱਟ ਸੀ। ਮੀਤੇ ਨੂੰ ਲੱਗਦਾ ਸੀ ਕਿ ਜੇਕਰ ਘਰਦਿਆਂ ਤੋਂ ਦੂਰ ਰਹਿ ਕੇ ਵੀ ਘਰ ਦੇ ਹਾਲਾਤ ਨਾ ਸੁਧਰੇ ਤਾਂ ਉਸ ਦਾ ਪਰਦੇਸਾਂ ਵਿੱਚ ਆਉਣ ਦਾ ਵੀ ਕੀ ਫਾਇਦਾ। ਪਰਦੇਸ ਵਿੱਚ ਆ ਕੇ ਮੀਤੇ ਦਾ ਇੱਕੋ ਇੱਕ ਮਕਸਦ ਪੈਸਾ ਕਮਾਉਣਾ ਸੀ ਤੇ ਦਾਦਾ ਜੀ ਦੀ ਗਰੀਬੀ ਨੂੰ ਦੂਰ ਕਰਨਾ ਸੀ ਜੋ ਸਾਰੀ ਜ਼ਿੰਦਗੀ ਤੋਂ ਹੰਢਾ ਰਿਹਾ ਸੀ। ਮੀਤੇ ਨੇ ਅਮਰੀਕਾ ਦੀ ਧਰਤੀ ਤੇ ਪੈਰ ਪਾਇਆ ਤਾਂ ਉੱਥੇ ਉਸ ਨੂੰ ਕੋਈ ਸਾਂਭਣ ਵਾਲਾ ਨਹੀਂ ਸੀ। ਹਫ਼ਤਾ ਕੁ ਗੁਰਦੁਆਰੇ ਰਹਿ ਕੇ ਬਹੁਤ ਸੇਵਾ ਕੀਤੀ ਅਤੇ ਉੱਥੇ ਹੀ ਲੰਗਰ ਛਕਿਆ। ਫਿਰ ਇੱਕ ਦਿਨ ਗ੍ਰੰਥੀ ਸਾਹਿਬ ਨੂੰ ਆਪਣੀ ਹੱਡਬੀਤੀ ਸੁਣਾਈ ਤੇ ਕੰਮ ਤੇ ਲਗਵਾਉਣ ਲਈ ਬੇਨਤੀ ਕੀਤੀ। 4-5 ਜਗ੍ਹਾ ਕੰਮ ਮਿਲਿਆ ਵੀ, ਪਰ ਅੰਗਰੇਜ਼ੀ ਨਾ ਆਉਣ ਕਰਕੇ ਉਸ ਨੂੰ ਕੰਮ ਤੋਂ ਜਵਾਬ ਮਿਲ ਜਾਂਦਾ। ਮੀਤਾ ਦੋਸਤਾਂ ਤੋਂ ਉਧਾਰ ਪੈਸੇ ਫੜ ਕੇ ਅਮਰੀਕਾ ਪੁੱਜਾ ਸੀ, ਇਸ ਲਈ ਉਸ ਨੂੰ ਉਹਨਾਂ ਦੇ ਪੈਸਿਆਂ ਦੀ ਵੀ ਬਹੁਤ ਟੈਨਸ਼ਨ ਰਹਿੰਦੀ ਸੀ। ਅਖੀਰ ਕੋਈ ਚੰਗਾ ਕੰਮ ਨਾ ਮਿਲਣ ਤੇ ਇੱਥੇ ਵੀ ਮੀਤੇ ਨੇ ਲੇਬਰ ਦਾ ਕੰਮ ਕਰਨ ਦਾ ਮਨ ਬਣਾ ਲਿਆ। ਹੁਣ ਇੱਥੇ ਵੀ ਉਸ ਨੂੰ ਵਰਕਸ਼ਾਪ ਵਿੱਚ ਗੱਡੀਆਂ ਧੋਣ ਦਾ ਕੰਮ ਮਿਲ ਗਿਆ। ਕਹਿੰਦੇ ਹਨ ਕਿ ਕਿਸਮਤ ਬਦਲਦੇ ਦੇਰ ਨਹੀਂ ਲੱਗਦੀ, ਪਰ ਕਿਸਮਤ ਤੋਂ ਵੱਧ ਕੁਝ ਮਿਲਦਾ ਨਹੀਂ। ਦਿਨ ਲੰਘਦੇ ਗਏ। ਹੱਡ ਤੋੜ ਮਿਹਨਤ ਕਰਕੇ ਉਸਨੇ ਉਧਾਰ ਦਿੱਤੇ ਸਾਰੇ ਪੈਸੇ ਮੋੜ ਦਿੱਤੇ। ਇੱਕ ਦਿਨ ਉਹ ਸਟੋਰ ਤੇ ਗਰੋਸਰੀ ਲੈਣ ਲਈ ਜਾਂਦਾ ਤਾਂ ਉੱਥੇ ਲੋਕ ਲਾਟਰੀ ਪਾ ਰਹੇ ਸਨ। ਮੀਤਾ ਉੱਥੇ ਖੜਾ ਕਾਫੀ ਦੇਰ ਵੇਖਦਾ ਰਿਹਾ। ਉਸ ਕੋਲ ਸਿਰਫ $500 ਸਨ। ਉਸਨੇ ਸੋਚਿਆ ਕਿ ਜਾਂ ਤਾਂ ਇਹ ਵੀ ਜਾਣਗੇ ਜਾਂ ਫਿਰ ਵੇਖੀ ਜਾਊ। ਉਸਨੇ ਲਾਟਰੀ ਖਰੀਦ ਕੇ ਸਕ੍ਰੈਚ ਕੀਤੀ ਤੇ ਉਸਦੀ $5000 ਦੀ ਲਾਟਰੀ ਨਿਕਲ ਆਈ। ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ। ਇਹ ਅਮਰੀਕਾ ਵਿੱਚ ਉਸਦੀ ਪਹਿਲੀ ਵੱਡੀ ਕਮਾਈ ਸੀ। ਉਸ ਨੂੰ ਬਹੁਤ ਖੁਸ਼ੀ ਹੋਈ, ਪਰ ਇਸ ਬਾਰੇ ਅਜੇ ਉਸਨੇ ਕਿਸੇ ਨੂੰ ਕੁਝ ਵੀ ਨਾ ਦੱਸਿਆ। ਜਦੋਂ ਹਫ਼ਤੇ ਕੁ ਬਾਅਦ ਉਹ ਲਾਟਰੀ ਦੇ ਪੈਸੇ ਲੈਣ ਗਿਆ ਤਾਂ ਲਾਟਰੀ ਵਾਲੇ ਅਮਰੀਕਾ ਦੀ ਵੈਲਿਡ ਆਈਡੀ ਮੰਗਣ ਲੱਗੇ ਜੋ ਉਸ ਕੋਲ ਨਹੀਂ ਸੀ। ਇੱਕ ਵਾਰ ਫਿਰ ਉਸ ਨੂੰ ਝਟਕਾ ਲੱਗਿਆ ਕਿ ਕੀ ਕੀਤਾ ਜਾਵੇ।
ਹੁਣ ਉਹ ਸੋਚਾਂ ਵਿੱਚ ਪੈ ਗਿਆ ਕਿ ਕਿਸਮਤ ਉਸ ਦਾ ਕਿਵੇਂ ਦਾ ਇਮਤਿਹਾਨ ਲੈ ਰਹੀ ਹੈ। ਉਹ ਹੁਣ ਬਹੁਤ ਪਰੇਸ਼ਾਨ ਹੋ ਗਿਆ। ਉਸ ਨੂੰ ਕਿਸੇ ਨੇ ਦੱਸਿਆ ਕਿ ਉਹ ਲਾਟਰੀ ਦੇ ਪੈਸੇ ਕਿਸੇ ਗ੍ਰੀਨ ਕਾਰਡ ਵਾਲੇ ਜਾਣਕਾਰ ਵਿਅਕਤੀ ਦੇ ਖਾਤੇ ਵਿੱਚ ਪੈਸੇ ਪਵਾ ਸਕਦਾ ਹੈ, ਪਰ ਉਹ ਸੋਚਣ ਲੱਗਿਆ ਕਿ ਬੇਗਾਨੇ ਦੇਸ਼ ਵਿੱਚ ਕਿਸ ਤੇ ਯਕੀਨ ਕੀਤਾ ਜਾ ਸਕਦਾ ਹੈ ਅਤੇ ਕੌਣ ਉਸ ਤੇ ਯਕੀਨ ਕਰੇਗਾ। ਉਹ ਪੂਰਾ ਦਿਨ ਭੰਬਲ ਭੂਸੇ ਵਿੱਚ ਪਿਆ ਰਿਹਾ। ਮੀਤੇ ਨੇ ਸੋਚਿਆ ਕਿ ਕੋਸ਼ਿਸ਼ ਕਰ ਲੈਂਦੇ ਹਾਂ, ਜੇਕਰ ਕਰਮਾਂ ਦੇ ਹੋਏ ਤਾਂ ਮਿਲ ਜਾਣਗੇ, ਨਹੀਂ ਤਾਂ ਨਾ ਸਹੀ, ਫਿਰ ਤਾਂ ਸਬਰ ਦਾ ਘੁੱਟ ਭਰਨਾ ਪੈਣਾ। ਉਸਨੇ ਕਾਫੀ ਸੋਚ ਵਿਚਾਰ ਕੀਤੀ। ਅਖੀਰ ਉਹ ਜਿਸ ਘਰ ਵਿੱਚ ਕਿਰਾਏ ਤੇ ਰਹਿੰਦਾ ਸੀ ਉਸ ਮਕਾਨ ਮਾਲਕ ਕੋਲ ਗਿਆ ਅਤੇ ਮਾਲਕ ਨੂੰ ਪੂਰੀ ਗੱਲ ਦੱਸੀ। ਮਕਾਨ ਮਾਲਕ $1000 ਲੈ ਕੇ ਪੈਸੇ ਦਿਵਾਉਣ ਲਈ ਤਿਆਰ ਹੋ ਗਿਆ। ਮੀਤਾ ਮੰਨ ਗਿਆ ਕਿਉਂਕਿ ਉਸ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਉਸ ਦਿਨ ਮੀਤਾ $4000 ਲੈ ਕੇ ਘਰ ਆਇਆ। ਅਗਲੇ ਹੀ ਦਿਨ ਉਸਨੇ ਨਾਲ ਕੰਮ ਕਰਦੇ ਮੁੰਡਿਆਂ ਤੋਂ $4000 ਉਧਾਰ ਲਏ ਤੇ ਆਪਣੇ ਦਾਦਾ ਜੀ ਕੋਲ ਇੰਡੀਆ ਭੇਜ ਦਿੱਤੇ। ਜਦੋਂ ਜਾਗਰ ਕੋਲ ਅਮਰੀਕਾ ਦੇ $8000 ਘਰ ਆਏ ਤਾਂ ਉਸਦੇ ਪੈਰ ਭੁੰਜੇ ਨਹੀਂ ਸੀ ਲੱਗ ਰਹੇ। ਉਹ ਵਾਰ-ਵਾਰ ਮੀਤੇ ਨੂੰ ਲੰਮੀਆਂ ਉਮਰਾਂ ਦੀ ਦੁਆ ਦੇ ਰਿਹਾ ਸੀ। ਜਾਗਰ ਇੰਨਾ ਭਾਵੁਕ ਹੋ ਗਿਆ। ਉਸ ਤੋਂ ਮੀਤੇ ਨਾਲ ਫੋਨ ਤੇ ਗੱਲ ਚੰਗੀ ਤਰ੍ਹਾਂ ਨਹੀਂ ਹੋ ਰਹੀ ਸੀ। ਉਸਨੇ ਬਸ ਇੰਨਾ ਹੀ ਕਿਹਾ, ਸ਼ੇਰਾ ਪੈਸਾ ਸਭ ਕੁਝ ਨਹੀਂ ਹੁੰਦਾ, ਪਰ ਪੈਸਾ ਹੁੰਦਾ ਵੀ ਬਹੁਤ ਕੁਝ ਹੈ। ਮੀਤਾ ਆਪਣੇ ਦਾਦਾ ਜੀ ਦੇ ਹਰ ਅਹਿਸਾਸ ਨੂੰ ਸਮਝਦਾ ਸੀ। ਜਾਗਰ ਦੀ ਛੂਹ ਪਾ ਕੇ ਹੀ ਉਹ ਗੱਭਰੂ ਹੋਇਆ ਸੀ। ਹੁਣ ਮੀਤੇ ਨੇ ਹੋਰ ਦਿਨ ਰਾਤ ਇੱਕ ਕਰ ਦਿੱਤਾ। ਹੁਣ ਤਾਂ ਉਹ ਗੁਜ਼ਾਰੇ ਲਾਇਕ ਅੰਗਰੇਜ਼ੀ ਵੀ ਬੋਲਣ ਲੱਗ ਗਿਆ ਸੀ। 1 ਸਾਲ ਵਿੱਚ ਮੀਤੇ ਦੇ ਘਰਦਿਆਂ ਨੇ ਪੁਰਾਣਾ ਮਕਾਨ ਢਾਹ ਕੇ ਨਵੀਂ ਕੋਠੀ ਤਿਆਰ ਕੀਤੀ ਤੇ ਪੰਮੀ ਦਾ ਵਿਆਹ ਵੀ ਕਰ ਦਿੱਤਾ। ਪੰਮੀ ਦੇ ਵਿਆਹ ਤੋਂ ਪਹਿਲਾਂ ਹੀ ਸ਼ਮਸ਼ੇਰ ਦੁਬਈ ਤੋਂ ਇੰਡੀਆ ਵਾਪਸ ਆ ਗਿਆ ਸੀ, ਪਰ ਮੀਤਾ ਇੰਡੀਆ ਵਾਪਸ ਨਹੀਂ ਆ ਸਕਦਾ ਸੀ। ਬਸ ਵੀਡੀਓ ਕਾਲ ਤੇ ਹੀ ਸਭ ਕੁਝ ਵੇਖਦਾ ਰਿਹਾ ਤੇ ਖੁਸ਼ ਹੁੰਦਾ ਰਿਹਾ। ਸਭ ਨੂੰ ਹੁਣ ਉਸ ਦੀ ਕਮੀ ਰੜਕ ਰਹੀ ਸੀ। 2 ਸਾਲ ਵਿੱਚ ਹੀ ਮੀਤੇ ਦੇ ਘਰ ਦੇ ਸਾਰੇ ਹਾਲਾਤ ਬਦਲ ਗਏ। ਮਹਿੰਦਰੋਂ ਨੂੰ ਵੀ ਆਪਣੀ ਕੁੱਖ ਤੇ ਮਾਣ ਹੁੰਦਾ ਸੀ ਕਿ ਉਸਨੇ ਇੰਨੇ ਲਾਇਕ ਪੁੱਤ ਨੂੰ ਜਨਮ ਦਿੱਤਾ। ਜਾਗਰ ਤਾਂ ਹੁਣ ਪੂਰੇ ਪਿੰਡ ਵਿੱਚ ਰੋਹਬ ਨਾਲ ਰਹਿੰਦਾ ਤੇ ਪਿੰਡ ਵਿੱਚ ਹਰ ਲੋੜਵੰਦ ਦੀ ਮਦਦ ਕਰਦਾ। ਉਹ ਆਪਣੇ ਪੁਰਾਣੇ ਦਿਨ ਕਦੇ ਵੀ ਨਹੀਂ ਭੁੱਲ ਸਕਦਾ ਸੀ। ਹੁਣ ਦੀ ਵਾਰ ਤਾਂ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਉਸ ਨੂੰ ਪਿੰਡ ਦਾ ਸਰਪੰਚ ਬਣਾ ਦਿੱਤਾ। ਉਸ ਦਾ ਉਹ ਸੁਪਨਾ ਵੀ ਪੂਰਾ ਹੋ ਗਿਆ ਜੋ ਉਹ ਕਦੇ ਡਰਦਾ ਵੇਖਦਾ ਨਹੀਂ ਸੀ। ਜਾਗਰ ਸਮਝਦਾ ਸੀ ਇਹ ਸਭ ਮਾਇਆ ਮੋਹਣੀ ਦੀ ਹੀ ਕਰਾਮਾਤ ਹੈ। ਜਾਗਰ ਦੀ ਬਸ ਇੱਕੋ ਖਵਾਇਸ਼ ਰਹਿ ਗਈ ਸੀ ਕਿ ਮੀਤਾ ਵੀ ਇੰਡੀਆ ਆਵੇ ਤੇ ਉਸ ਦਾ ਵਿਆਹ ਕਰੀਏ। ਉਹ ਮੀਤੇ ਨੂੰ ਕਈ ਵਾਰ ਇਹ ਗੱਲ ਆਖ ਚੁੱਕਿਆ ਸੀ, ਪਰ ਮੀਤੇ ਨੇ ਕਿਹਾ ਕਿ ਜਿੰਨੀ ਦੇਰ ਗ੍ਰੀਨ ਕਾਰਡ ਨਹੀਂ ਮਿਲਦਾ ਪਿੰਡ ਵਾਪਸ ਨਹੀਂ ਆ ਸਕਦਾ। ਮੀਤਾ ਕਹਿੰਦਾ ਕਿ ਬਸ 1 ਸਾਲ ਦਾ ਇੰਤਜ਼ਾਰ ਹੋਰ ਹੈ। ਜੇ ਮੇਰਾ ਕੇਸ ਪਾਸ ਹੋ ਗਿਆ ਤਾਂ ਸਭ ਤੋਂ ਪਹਿਲਾਂ ਆਪਣੇ ਬਾਪੂ ਜੀ ਨੂੰ ਅਮਰੀਕਾ ਦੀ ਸੈਰ ਕਰਾਉਣੀ ਹੈ। ਉਧਰ ਜਾਗਰ ਨੂੰ ਵੀ ਬਹੁਤ ਚਾਅ ਸੀ ਕਿ ਇੱਕ ਦਿਨ ਉਹ ਵੀ ਅਮਰੀਕਾ ਦੀ ਸੈਰ ਕਰੇ, ਪਰ ਉਹ ਅਕਸਰ ਸਾਥ ਵਿੱਚ ਬਹਿ ਕੇ ਕਿਹਾ ਕਰਦਾ ਸੀ, ਮਜਬੂਰੀਆਂ ਬੰਦੇ ਤੋਂ ਕੀ ਕਰਵਾ ਦਿੰਦੀਆਂ ਨੇ। 7 ਸਾਲ ਹੋ ਗਏ ਆਪਣੇ ਪੋਤੇ ਦਾ ਮੂੰਹ ਵੇਖੇ ਨੂੰ, ਬਿੰਦ ਵੀ ਦਾ ਮੈਂ ਵਿਸਾਹ ਨਹੀਂ ਕਰਦਾ ਸੀ। ਬੇਸ਼ੱਕ ਉਸਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ, ਪਰ ਮੇਰਾ ਰੱਬ ਜਾਣਦਾ ਹੈ ਪੋਤੇ ਦਾ ਵਿਛੋੜਾ ਮੈਨੂੰ ਅੰਦਰੋਂ ਅੰਦਰੀ ਖਾਂਦਾ ਹੈ। ਪਤਾ ਨਹੀਂ ਮੇਰੀ ਧੀ ਮਹਿੰਦਰੋਂ ਨੇ ਕਿਵੇਂ ਦਿਲ ਤੇ ਪੱਥਰ ਰੱਖਿਆ ਹੋਵੇਗਾ। ਕਦੋਂ ਸੁਲੱਖਣੀ ਘੜੀ ਆਵੇਗੀ ਜਦ ਮੇਰੇ ਜਿਗਰ ਦਾ ਟੋਟਾ ਘਰ ਆਵੇਗਾ ਤੇ ਇੱਥੇ ਲੱਗੇ ਰੰਗ ਭਾਗ ਦੇਖੇਗਾ, ਜੋ ਸਭ ਉਸ ਕਰਕੇ ਹੀ ਸੰਭਵ ਹੋਇਆ ਹੈ। ਮੀਤੇ ਦਾ ਸਮਾਂ ਵੀ ਬਗਾਨੇ ਦੇਸ਼ ਵਿੱਚ ਬਹੁਤ ਔਖਾ ਲੰਘ ਰਿਹਾ ਸੀ। ਉਹ ਤਾਂ ਕਿਸੇ ਨੂੰ ਬੋਲ ਕੇ ਆਪਣੇ ਦਿਲ ਦੀਆਂ ਦੱਸ ਵੀ ਨਹੀਂ ਸਕਦਾ ਸੀ। ਕਈ ਤਰ੍ਹਾਂ ਦੇ ਖਿਆਲਾਂ ਨਾਲ ਉਹ ਘਿਰਿਆ ਰਹਿੰਦਾ ਕਿ ਜੇਕਰ ਉਹ ਪੱਕਾ ਨਾ ਹੋਇਆ ਤਾਂ ਉਹ ਆਪਣੇ ਦੇਸ਼ ਪਰਤ ਜਾਵੇਗਾ, ਪਰ ਕਦੇ ਸੋਚਦਾ ਨਹੀਂ ਜੋ ਉਹ ਇੰਨੇ ਸਾਲਾਂ ਤੋਂ ਬਨਵਾਸ ਕੱਟ ਰਿਹਾ ਹੈ, ਹੱਡ ਭੰਨ ਮਿਹਨਤ ਕਰ ਰਿਹਾ ਹੈ, ਉਹ ਬੇਕਾਰ ਨਹੀਂ ਕਰ ਸਕਦਾ। ਬਸ ਕੁਝ ਸਮਾਂ ਹੋਰ
ਉਹ ਉਡੀਕ ਕਰੇਗਾ ਸਿਰਫ ਤੇ ਸਿਰਫ ਆਪਣੇ ਬਾਪੂ ਜੀ ਲਈ। ਅਗਲੇ ਮਹੀਨੇ ਮੀਤੇ ਦੇ ਕੇਸ ਦੀ ਸੁਣਵਾਈ ਸੀ। ਉਹ ਰੋਜ਼ ਸਵੇਰੇ ਹੀ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦਾ। ਮੀਤੇ ਦਾ ਪਲ ਪਲ ਬਹੁਤ ਔਖਾ ਲੰਘ ਰਿਹਾ ਸੀ। ਕੁਝ ਦਿਨ ਮਗਰੋਂ ਮੀਤੇ ਨੂੰ ਮੇਲ ਆਈ ਕਿ ਉਹ ਗ੍ਰੀਨ ਕਾਰਡ ਹੋ ਗਿਆ ਹੈ। ਬਸ ਫੇਰ ਤਾਂ ਉਸਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ। ਹੁਣ ਉਸ ਨੂੰ ਆਪਣੀ ਜਨਮ ਭੂਮੀ, ਦਾਦਾ ਜੀ ਤੇ ਆਪਣੀ ਮਾਂ ਨੂੰ ਮਿਲਣ ਦੀ ਬਹੁਤ ਕਾਹਲੀ ਸੀ। ਉਸ ਦਾ ਉਹ ਸੁਪਨਾ ਪੂਰਾ ਹੋਣ ਵਾਲਾ ਸੀ ਜਦੋਂ ਉਹ ਇੰਨੇ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਜਾ ਕੇ ਮਿਲੇਗਾ। ਉਸ ਨੇ ਸਵੇਰੇ ਹੀ ਘਰ ਫੋਨ ਕੀਤਾ ਤਾਂ ਫੋਨ ਉਸ ਦੀ ਮੰਮੀ ਨੇ ਚੁੱਕਿਆ। ਉਸ ਨੇ ਆਪਣੀ ਮੰਮੀ ਨੂੰ ਵਧਾਈ ਦਿੱਤੀ ਤੇ ਲਾਡ ਨਾਲੇ ਕਿਹਾ, ਮਾਤਾ ਹੁਣ ਬਹੁਤ ਛੇਤੀ ਤੂੰ ਮੇਰੇ ਕੋਲ ਆ ਕੇ ਰਹੀ। ਮਾਂ ਨੇ ਬਹੁਤ ਅਸੀਸਾਂ ਦਿੱਤੀਆਂ। ਜਦੋਂ ਮੀਤੇ ਨੇ ਆਪਣੇ ਦਾਦਾ ਜੀ ਬਾਰੇ ਪੁੱਛਿਆ ਤਾਂ ਕਿਹਾ, ਪੁੱਤ ਤੇਰੇ ਬਾਪੂ ਜੀ ਬਾਹਰ ਕੰਮ ਗਏ ਹੋਏ ਨੇ, ਜਦੋਂ ਆ ਗਏ ਤਾਂ ਮੈਂ ਦੱਸ ਦੇਵਾਂਗੀ। ਪਰ ਮੀਤੇ ਨੇ ਉਸ ਨੂੰ ਰੋਕ ਦਿੱਤਾ ਕਿ ਇਹ ਖੁਸ਼ਖਬਰੀ ਮੈਂ ਆਪਣੇ ਬਾਪੂ ਜੀ ਨੂੰ ਆਪ ਦੇਵਾਂਗਾ। ਮੀਤੇ ਦੇ ਕਹੇ ਅਨੁਸਾਰ ਮਹਿੰਦਰੋਂ ਨੇ ਜਾਗਰ ਨੂੰ ਕੁਝ ਨਾ ਦੱਸਿਆ। ਥੋੜੀ ਦੇਰ ਬਾਅਦ ਫਿਰ ਮੀਤੇ ਨੇ ਫੋਨ ਘਰ ਲਗਾਇਆ ਤਾਂ ਜਾਗਰ ਨੇ ਹੀ ਫੋਨ ਚੁੱਕਿਆ ਤੇ ਉਸਨੇ ਆਪਣੇ ਦਾਦਾ ਜੀ ਨੂੰ ਪੱਕੇ ਹੋਣ ਦੀ ਖਬਰ ਦਿੱਤੀ ਅਤੇ ਨਾਲ ਕਿਹਾ ਕਿ ਹੁਣ ਤੁਸੀਂ ਬਹੁਤ ਛੇਤੀ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਮੇਰੇ ਕੋਲ ਆ ਜਾਣਾ, ਕੋਈ ਬਹਾਨਾ ਨਹੀਂ ਲੱਗਣਾ। ਜਾਗਰ ਨੇ ਸ਼ਾਮ ਨੂੰ ਹੀ ਘਰ ਵਿੱਚ ਪਾਰਟੀ ਰੱਖੀ ਤੇ ਸਾਰੇ ਦੋਸਤ ਮਿੱਤਰਾਂ ਨੇ ਜਾਗਰ, ਸ਼ਮਸ਼ੇਰ ਤੇ ਮਹਿੰਦਰੋਂ ਨੂੰ ਵਧਾਈਆਂ ਦਿੱਤੀਆਂ। ਰਾਤ ਨੂੰ ਜਾਗਰ ਮੰਜੇ ਤੇ ਪੈ ਗਿਆ ਪਰ ਨੀਂਦ ਉਸ ਦੀਆਂ ਅੱਖਾਂ ਤੋਂ ਕੋਹਾਂ ਦੂਰ ਸੀ। ਉਹ ਸ਼ੁਰੂ ਤੋਂ ਅਖੀਰ ਤੱਕ ਆਪਣੀ ਜ਼ਿੰਦਗੀ ਦੇ ਸਫ਼ਰ ਬਾਰੇ ਸੋਚਣ ਲੱਗਿਆ ਤੇ ਪਤਾ ਨਹੀਂ ਕਦੋਂ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰ ਗਿਆ। ਸਵੇਰੇ ਜਦੋਂ ਮਹਿੰਦਰੋਂ ਨੇ ਵੇਖਿਆ ਕਿ ਬਾਪੂ ਜੀ ਤਾਂ ਕਦੇ ਇੰਨੀ ਦੇਰ ਤੱਕ ਕਦੇ ਨਹੀਂ ਸੌਂਦੇ, ਉਸਨੇ ਆਵਾਜ਼ ਲਗਾਈ ਪਰ ਬਾਪੂ ਜੀ ਤਾਂ ਸਭ ਨੂੰ ਛੱਡ ਕੇ ਕਿਸੇ ਹੋਰ ਹੀ ਦੁਨੀਆ ਨੂੰ ਤੁਰ ਗਏ ਸੀ। ਸਰੀਰ ਬਿਲਕੁਲ ਠੰਡਾ ਸੀ। ਮੀਤੇ ਦੀ ਤਸਵੀਰ ਉਹਨਾਂ ਦੇ ਹੰਝੂਆਂ ਨਾਲ ਭਿੱਜੀ ਉਹਨਾਂ ਦੇ ਕਾਲਜੇ ਤੇ ਪਈ ਸੀ। ਲੋਕੀ ਕਹਿ ਰਹੇ ਸਨ ਕਿ ਰਾਤ ਬਹੁਤ ਖੁਸ਼ ਸੀ, ਸ਼ਾਇਦ ਹਾਰਟ ਅਟੈਕ ਆ ਗਿਆ ਹੋਣਾ। ਉਧਰ ਅਮਰੀਕਾ ਵਿੱਚ ਮੀਤਾ ਵੀ ਆਪਣੇ ਪੱਕੇ ਹੋਣ ਦੀ ਖੁਸ਼ੀ ਵਿੱਚ ਯਾਰਾਂ ਦੋਸਤਾਂ ਨਾਲ ਜਸ਼ਨ ਮਨਾ ਰਿਹਾ ਸੀ। ਜਦ ਉਸ ਨੂੰ ਇਹ ਖਬਰ ਮਿਲੀ ਤਾਂ ਮੀਤਾ ਇਹ ਸੁਣ ਉੱਚੀ ਉੱਚੀ ਰੋਣ ਲੱਗ ਗਿਆ। ਪਾਰਟੀ ਵੀ ਵਿੱਚ ਹੀ ਰਹਿ ਗਈ। ਉਸ ਦੇ ਦੋਸਤ ਮੁਸ਼ਕਿਲ ਨਾਲ ਉਸ ਨੂੰ ਕਮਰੇ ਵਿੱਚ ਲੈ ਗਏ ਪਰ ਉਸ ਨੂੰ ਚੈਨ ਨਹੀਂ ਆ ਰਿਹਾ ਸੀ ਕਿ ਉਸ ਦਾ ਦਿਲ ਕਰਦਾ ਸੀ ਕਿ ਉਹ ਇਸੇ ਟਾਈਮ ਪਿੰਡ ਜਾਵੇ ਤੇ ਕਹੇ ਕਿ ਤੁਸੀਂ ਇਸ ਤਰ੍ਹਾਂ ਮੈਨੂੰ ਛੱਡ ਕੇ ਨਹੀਂ ਜਾ ਸਕਦੇ ਸੀ, ਪਰ ਉਹ ਅਜੇ ਨਹੀਂ ਆ ਸਕਦਾ ਸੀ। ਮੀਤੇ ਨੇ ਮਜਬੂਰੀ ਵਿੱਚ ਵੀਡੀਓ ਕਾਲ ਰਾਹੀਂ ਹੀ ਉਸਨੇ ਆਪਣੇ ਦਾਦਾ ਜੀ ਨੂੰ ਅੰਤਿਮ ਵਿਦਾਈ ਦਿੱਤੀ। ਉਹ ਆਪਣੇ ਆਪ ਨੂੰ ਕਸੂਰਵਾਰ ਮੰਨ ਰਿਹਾ ਸੀ। ਉਸ ਨੂੰ ਅੱਜ ਅਫਸੋਸ ਹੋ ਰਿਹਾ ਸੀ ਕਿ ਉਸਨੇ ਆਪਣੇ ਪੱਕੇ ਹੋਣ ਦੀ ਖਬਰ ਹੀ ਕਿਉਂ ਦਿੱਤੀ। ਉਸ ਦੇ ਦਾਦਾ ਜੀ ਨੂੰ ਖੁਸ਼ੀ ਤੇ ਗਮੀ ਇਕੱਠਿਆਂ ਹੀ ਮਿਲੀਆਂ, ਤਾਂ ਕਰਕੇ ਹੀ ਇਹ ਸਭ ਹੋਇਆ। ਉਹ ਰਾਤ ਨੂੰ ਨੀਂਦ ਵਿੱਚ ਉੱਚੀ ਉੱਚੀ ਆਵਾਜ਼ਾਂ ਮਾਰਦਾ ਰਿਹਾ ਤੇ ਰੋਂਦਾ ਰਿਹਾ, ਰੱਬ ਨੂੰ ਉਲਾਂਭਾ ਦਿੰਦਾ ਰਿਹਾ, ਰੱਬਾ ਕਿਉਂ ਨਹੀਂ ਜਰੀ ਗਈ ਮੇਰੀ ਖੁਸ਼ੀਆਂ ਤੇਰੇ ਕੋਲੋਂ। ਕੁਝ ਦਿਨ ਤਾਂ ਮੈਨੂੰ ਹੱਸਦੇ ਕੱਟਣ ਦਿੰਦਾ। ਜੇ ਅੱਜ ਮੇਰੀ ਝੋਲੀ ਖੁਸ਼ੀਆਂ ਪਾਈਆਂ ਤੇ ਕੀ ਗਮ ਵੀ ਨਾਲ ਦੇਣੇ ਜ਼ਰੂਰੀ ਸੀ। ਸਮਾਪਤ। ਦੋਸਤੋ, ਇਹ ਇੱਕ ਸਮਾਜਿਕ ਕਹਾਣੀ ਹੈ ਜੋ ਇੱਕ ਸਧਾਰਨ ਪਰਿਵਾਰ ਦੇ ਸੰਘਰਸ਼ਮਈ ਜੀਵਨ ਨੂੰ ਪੇਸ਼ ਕਰਦੀ ਹੈ, ਜੋ ਦਰਸਾਉਂਦੀ ਹੈ ਕਿ ਦੁੱਖ ਸੁੱਖ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ। ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਲਦੀ ਨਾਲ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਕਿ ਇਹ ਕਹਾਣੀਆਂ ਤੁਹਾਨੂੰ ਕਿੱਦਾਂ ਦੀਆਂ ਲੱਗ ਰਹੀਆਂ ਨੇ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।